हाँ जी, सत श्री अकाल। मैं कुलदीप सिंह सिद्धू ਤੇ ਆਪਾਂ ਲੜੀਵਾਰ ਡਿਸਕਸ ਕਰ ਰਹੇ ਹਾਂ। TSS ਕਾਡਰ ਦਾ ਕਾਂਸਟੇਬਲ ਦਾ ਪੇਪਰ ਹੋਇਆ ਸੀ 25 ਨੂੰ ਤੇ 28 ਨੂੰ। 25 ਦੇ ਵਿੱਚ ਦੋ ਪੇਪਰਾਂ ਦੀ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ। ਦੋ ਸ਼ਿਫਟਾਂ ਹੋਈਆਂ ਸੀ, ਇੱਕ 9 ਤੋਂ 11, ਇੱਕ 1 ਤੋਂ 3 ਵਾਲੇ। ਸੋ ਇਹ ਹੈਗਾ 28 ਸਤੰਬਰ ਦਾ ਪੇਪਰ। ਮੇਰੇ ਕੋਲੇ 3 ਹੀ ਪੇਪਰ ਸੀ। ਜੇਕਰ ਤੁਹਾਡੇ ਕੋਲੇ ਕੋਈ ਹੋਰ ਪੇਪਰ ਹੈਗਾ ਤਾਂ ਤੁਸੀਂ ਮੈਨੂੰ ਭੇਜ ਸਕਦੇ ਹੋ, ਆਪਾਂ ਉਹ ਵੀ ਕੁਐਸਚਨ ਕਰਾ ਦਾਂਗੇ। ਠੀਕ ਹੈ, ਕਿਉਂਕਿ ਇਹ ਵੀ TCS ਨੇ ਲਿਆ ਤੇ ਆਉਣ ਵਾਲੇ 3 ਪੇਪਰ ਹੈ ਜਿਹੜੇ ਉਹ ਵੀ TCS ਨੇ ਹੀ ਲੈਣੇ ਨੇ, ਤਾਂ ਕਰਕੇ ਕੁਐਸਚਨ ਪੈਟਰਨ ਹੈ ਥੋੜਾ ਬਹੁਤ ਹੋ ਸਕਦਾ ਨਾਲ ਮਿਲਦਾ ਜੁਲਦਾ, ਹੈ ਨਾ। ਆਪਾਂ ਤਾਂ ਐਕਸਪੈਕਟ ਹੀ ਕਰ ਸਕਦੇ ਹਾਂ ਚੀਜ਼ਾਂ ਨੂੰ। ਸੋ ਤੁਸੀਂ ਇਹ ਤਿੰਨੋਂ ਵੀਡੀਓ ਜ਼ਰੂਰ ਦੇਖਣੀਆਂ ਨੇ। ਜੇਕਰ ਉਹ ਵੀਡੀਓ ਨਹੀਂ ਦੇਖੀਆਂ ਤੁਸੀਂ ਦੋ ਪਹਿਲਾਂ ਵਾਲੀਆਂ, ਤਾਂ ਉਹਦਾ ਵੀ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉੱਥੋਂ ਜਾ ਕੇ ਦੇਖ ਸਕਦੇ ਹੋ। ਤੇ ਇਹਦੇ ਤੋਂ ਬਿਨਾਂ ਦੋ ਮੈਂ ਮੈਰਾਥਨ ਵੀਡੀਓ ਪਾਈਆਂ ਨੇ, ਇੱਕ ਐਬਰੀਵੇਸ਼ਨ ਤੇ ਇੱਕ ਕੁਐਸਚਨਾਂ ਤੇ। ਉਹ ਵੀ ਤੁਸੀਂ ਜੇਕਰ ਨਹੀਂ ਦੇਖੀਆਂ ਤਾਂ ਉਹਦਾ ਵੀ ਲਿੰਕ ਮੈਂ ਨੀਚੇ ਦਿੱਤਾ ਹੋਇਆ, ਤੇ ਉੱਥੇ ਜਾ ਕੇ ਦੇਖ ਸਕਦੇ ਹੋ। ਆਪਾਂ ਸਟਾਰਟ ਕਰਦੇ ਹਾਂ ਕੁਐਸਚਨ। ਸੋ ਇਹ ਮੇਰਾ ਪ੍ਰੋਫਾਈਲ ਹੈ, ਤੁਸੀਂ ਜਾਣਦੇ ਹੋ। ਸੋ ਹੁਣ ਆਪਾਂ ਦੇਖਦੇ ਹਾਂ ਕੁਐਸਚਨ ਕਿਹੜੇ 20 ਕੁਐਸਚਨ ਆਏ ਸੀ ਇਹਦੇ ਵਿੱਚ, ਸੌਖੇ ਜਿਹੇ ਕੁਐਸਚਨ ਆ। ਠੀਕ ਹੈ। ਸਟੇਟ ਵੈਦਰ ਦੀ ਗਿਵਨ ਸਟੇਟਮੈਂਟਸ ਅਬਾਊਟ ਦੀ ਕਰੈਕਟਰਿਸਟਿਕਸ ਆਫ ਏ ਕੰਪਿਊਟਰ ਆਰ ਟਰੂ ਔਰ ਫਾਲਸ। ਟਰੂ ਔਰ ਫਾਲਸ ਪੁੱਛ ਰਿਹਾ, ਤਾਂ ਇੱਥੇ ਆਪਾਂ ਨੂੰ ਬੜਾ ਧਿਆਨ ਦੇਣ ਦੀ ਲੋੜ ਨਹੀਂ, ਕੱਲੇ ਕੱਲੇ ਦੱਸਣਾ ਕਿਹੜੀ ਟਰੂ ਹੈ ਕਿਹੜੀ ਫਾਲਸ ਹੈ। ਕੰਪਿਊਟਰ ਦੀਆਂ ਕਰੈਕਟਰਿਸਟਿਕਸ ਬਾਰੇ, ਜਿਵੇਂ ਪਹਿਲਾ ਪਾਵਰ ਆਫ ਰਿਮੈਂਬਰੈਂਸ। ਕੀ ਕਹਿੰਦਾ? ਪਾਵਰ ਆਫ ਰਿਮੈਂਬਰੈਂਸ ਦੇ ਵਿੱਚ ਕੀ ਹੁੰਦਾ? ਕੰਪਿਊਟਰ ਕੈਨ ਰਿਮੈਂਬਰ ਡੇਟਾ ਫॉर ਅਸ। ਇਹ ਤਾਂ ਬਿਲਕੁਲ ਠੀਕ ਹੈ। ਕੰਪਿਊਟਰ ਯਾਦ ਰੱਖਦਾ ਜਾਂ ਡੇਟਾ ਸੇਵ ਕਰਦੇ ਹਾਂ ਅਸੀਂ ਮੈਮਰੀ ਦੇ ਵਿੱਚ, ਤਾਂ ਕੰਪਿਊਟਰ ਮੈਮਰੀ ਜਾਂ ਰਿਮੈਂਬਰੈਂਸ ਇੱਕੋ ਹੀ ਗੱਲ ਹੈ, ਯਾਦ ਰੱਖਦਾ, ਹੈ ਨਾ। ਸੋ ਇਹਦਾ ਫਿਰ ਏ ਤਾਂ ਪਹਿਲਾ ਹੈਗਾ ਟਰੂ। ਦੂਸਰਾ, ਨੋ ਇੰਟੈਲੀਜੈਂਟ ਕੋਸ਼ੈਂਟ। ਕਹਿੰਦਾ ਕੰਪਿਊਟਰ ਕੋਲੇ ਕੋਈ ਇੰਟੈਲੀਜੈਂਟ ਕੋਸ਼ੈਂਟ ਨਹੀਂ ਹੁੰਦਾ। ਕੰਪਿਊਟਰ ਡਜ਼ ਨਾਟ ਵਰਕ ਵਿਦਾਊਟ ਇੰਸਟਰਕਸ਼ਨ। ਕੰਪਿਊਟਰ ਬਿਨਾਂ ਇੰਸਟਰਕਸ਼ਨਾਂ ਤੋਂ ਕੰਮ ਨਹੀਂ ਕਰਦਾ। ਜਿਵੇਂ ਅਸੀਂ ਆ, ਮੈਂ ਮੰਨ ਲਓ ਕਿਤੇ ਆਪਾਂ ਬਾਹਰ ਜਾਂਦੇ ਹਾਂ, ਬਾਹਰ ਮੀਂਹ ਪੈਣ ਲੱਗ ਜੇ, ਆਪਾਂ ਇੰਨੀ ਪਰਵਾਹ ਨਹੀਂ ਕਰਦੇ। ਜੇ ਗੜੇ ਪੈਣ ਲੱਗ ਜਾਣ, ਅਸੀਂ ਨਾਲ ਦੀ ਨਾਲ ਸੇਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪ ਨੂੰ, ਚਾਹੇ ਦਰਖਤ ਥੱਲੇ ਖੜ੍ਹ ਜਾਈਏ, ਕਿਤੇ ਵੀ ਖੜ੍ਹ ਜਾਈਏ, ਹੈ ਨਾ। ਸੋ ਅਸੀਂ ਕੀ ਹੈ, ਸਾਨੂੰ ਕੋਈ ਵੀ ਇੰਸਟਰਕਸ਼ਨ ਦੇਣ ਦੀ ਲੋੜ ਨਹੀਂ। ਕੋਈ ਸਾਨੂੰ ਬੰਦਾ ਆ ਕੇ ਥੋੜੀ ਕਹੂਗਾ ਵੀ ਗੜੇ ਪਈ ਜਾਂਦੇ ਆ ਬਈ ਅੰਦਰ ਹੋ ਜਾਓ, ਹੈ ਨਾ। ਸੋ ਸਾਨੂੰ ਆਪਣੇ ਆਪ ਦੇ ਵਿੱਚੋਂ ਹੀ ਸਾਡੇ ਕੋਲ ਇੰਟੈਲੀਜੈਂਸ ਕੋਸ਼ੈਂਟ ਹੁੰਦਾ, ਬਟ ਕੰਪਿਊਟਰ ਕੋਲੇ ਨਹੀਂ ਹੁੰਦਾ। ਕੰਪਿਊਟਰ ਗੜਿਆਂ 'ਚ ਤੁਰਿਆ ਜਾਂਦਾ ਹੋਇਆ, ਉਹਦਾ ਤੁਰਿਆ ਉਹਦਾ ਕੀ ਹੁੰਦਾ, ਨਜ਼ਾਰੇ ਆ ਰਹੇ, ਹੈ ਨਾ। ਸੋ ਉਹਨੂੰ ਦੱਸਣਾ ਪਊਗਾ ਵੀ ਜੇ ਗੜੇ ਪੈ ਗਏ ਤਾਂ ਅੰਦਰ ਚੱਲ ਜਾ ਤੂੰ। ਕੰਪਿਊਟਰ ਉਹ ਰੋਬੋਟ ਕੰਪਿਊਟਰ ਹੀ ਨੇ, ਰੋਬੋਟ ਆ ਜਿਹੜੇ ਤੁਰੇ ਫਿਰਦੇ, ਗੜੇ ਗੁੜਿਆਂ ਦੀ ਕੀ ਪਰਵਾਹ ਕਰਦੇ ਨੇ ਉਹ। ਠੀਕ ਹੈ। ਸੋ ਇਹ ਦੋਨੋਂ ਗੱਲਾਂ ਠੀਕ ਨੇ। ਆਨਸਰ ਤਾਂ ਇਹਦਾ ਬਣਦਾ ਤੀਸਰਾ। ਉਸ ਤੋਂ ਪਹਿਲਾਂ ਕੁਝ ਚੀਜ਼ਾਂ ਇੰਪੋਰਟੈਂਟ ਨੇ। ਦੇਖੋ, ਕੁਐਸਚਨ ਡਿਸਕਸ ਕਰਨ ਦੇ ਨਾਲ ਪਤਾ ਕੀ ਹੁੰਦਾ, ਉਹਦੇ ਨਾਲ ਲੱਗਦੇ ਇੱਕ ਕੁਐਸਚਨ ਦੇ ਨਾਲ 4-5 ਚੀਜ਼ਾਂ ਆਪਾਂ ਹੋਰ ਡਿਸਕਸ ਕਰ ਲੈਂਦੇ ਹਾਂ। ਉਹਦੇ ਨਾਲ ਦਾ ਕੁਐਸਚਨ ਜੇਕਰ ਵੀ ਇਹਦੇ ਨਾਲ ਦਾ ਮਾੜਾ ਮੋਟਾ ਵੀ ਨੇੜੇ ਤੇੜੇ ਆ ਗਿਆ ਤਾਂ ਤੁਹਾਡਾ ਕੁਐਸਚਨ ਸੋਲਵ ਹੋਊਗਾ। ਇਹ ਬੈਨੀਫਿਟ ਹੁੰਦਾ ਪੁਰਾਣੇ ਕੁਐਸਚਨ ਸੋਲਵ ਕਰਨ ਦਾ। ਤਾਂ ਮੇਰਾ ਤਾਂ ਤਰੀਕਾ ਵੀ ਇਹੀ ਹੈ। ਮੈਨੂੰ ਸੈਟਿਸਫੈਕਸ਼ਨ ਹੀ ਨਹੀਂ ਹੁੰਦੀ ਮੈਂ ਇਕੱਲੇ ਆਨਸਰ ਦੱਸ ਕੇ ਭਜਾ ਕੇ ਮੈਂ ਨਹੀਂ ਕਰਾਉਂਦਾ। ਆਪਾਂ ਤਾਂ ਡਿਟੇਲ 'ਚ ਤਹਿ 'ਚ ਜਾਂਦੇ ਹਾਂ। ਜੇ ਮੈਨੂੰ ਨਹੀਂ ਆਊਗਾ ਕੁਐਸਚਨ, ਮੈਂ ਛੱਡ ਦੂੰਗਾ। ਕਈ ਵਾਰੀ ਕੁਐਸਚਨ ਕੋਈ ਐਵੇਂ ਦੇ ਹੁੰਦੇ ਨੇ, ਸਾਰੇ ਤਾਂ ਹੁਣ ਮੈਨੂੰ ਵੀ ਨਹੀਂ ਆਉਂਦੇ, ਹੈ ਨਾ। ਨਹੀਂ ਆਉਂਦਾ ਆਪਾਂ ਛੱਡ ਦਾਂਗੇ, ਪਰ ਡਿਟੇਲ 'ਚ ਕਰਾਵਾਂਗੇ ਆਪਾਂ। ਠੀਕ ਹੈ। ਸੋ ਤੁਸੀਂ ਪਸੰਦ ਵੀ ਕਰ ਰਹੇ ਹੋ, ਮੈਨੂੰ ਕਾਫੀ ਬੱਚਿਆਂ ਨੇ ਕਮੈਂਟ ਕਰਕੇ ਦੱਸਿਆ ਵੀ ਇਹ ਤਰੀਕਾ ਠੀਕ ਆ। ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਕੰਪਿਊਟਰ ਦੇ ਵਿੱਚ ਡੂਜ਼ ਐਂਡ ਡੋਂਟਸ। ਕੰਪਿਊਟਰ ਕਹਿੰਦਾ ਨੋਟ ਇਲੈਕਟ੍ਰੀਕਲ ਮਸ਼ੀਨ। ਇਹ ਖਾਸ ਖਿਆਲ ਰੱਖਣਾ। ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਤੇ ਇਹ ਡਿਜੀਟਲ ਤੇ ਐਨਾਲੌਗ ਦੋਨੇ ਡੇਟਾ ਨੂੰ ਪ੍ਰੋਸੈਸ ਕਰ ਸਕਦਾ। ਇਹ ਵੀ ਇੰਪੋਰਟੈਂਟ ਹੈ, ਕੁਐਸਚਨ ਆਇਆ ਹੋਇਆ। ਤੇ ਇਹ ਬੋਥ ਕੁਆਲੀਟੇਟਿਵ ਐਂਡ ਕੁਆਂਟੀਟੇਟਿਵ ਡੇਟਾ ਨੂੰ ਕੁਇਕਲੀ ਐਂਡ ਐਕੂਰੇਟਲੀ ਪ੍ਰੋਸੈਸ ਕਰਦਾ। ਨਾ ਹੀ ਇਕੱਲਾ ਕੁਆਲੀਟੇਟਿਵ ਕਰਦਾ, ਨਾ ਇਕੱਲਾ ਕੁਆਂਟੀਟੇਟਿਵ, ਦੋਨਾਂ ਨੂੰ ਕਰ ਸਕਦਾ। ਕਲੀਅਰ ਹੋਈ ਗੱਲ। ਸੋ ਕੁਝ ਕੰਪਿਊਟਰ ਦੀਆਂ ਕਰੈਕਟਰਿਸਟਿਕਸ ਹੈਗੀਆਂ ਨੇ, ਕੁਝ ਨਹੀਂ ਹੈਗੀਆਂ। ਜਿਵੇਂ IQ ਕੰਪਿਊਟਰ ਦਾ ਕਰੈਕਟਰਿਸਟਿਕਸ ਨਹੀਂ ਹੈ। ਤੇ ਟਾਈਡਨੈਸ, ਥਕਾਵਟ, ਕੰਪਿਊਟਰ ਕੋਲੇ ਥਕਾਵਟ ਥੋੜੀ ਹੁੰਦੀ। ਇਹ ਥੋੜੀ ਹੈ ਵੀ ਹੱਥ ਨੇ ਜਾ ਕੇ ਕਹਿੰਦਾ ਮੈਨੂੰ 2 ਪੈਗ ਲਵਾ ਦਿਓ ਮੈਂ ਥੱਕ ਗਿਆ, ਤਾਂ ਟਾਈਡਨੈਸ ਨਹੀਂ ਹੈਗੀ। ਇਨਐਕੂਰੇਸੀ, ਜੇ ਮਤਲਬ 3+5 ਕਰਤਾ ਤਾਂ 8 ਆਊਗਾ, ਇਹ ਨਹੀਂ ਹੈਗਾ 3+5 ਕੰਪਿਊਟਰ ਕਦੇ 9 ਦੇ ਦੂਗਾ, ਨਹੀਂ। ਜੇਕਰ ਅਸੀਂ 3+5 ਕਰਕੇ ਪ੍ਰੋਗਰਾਮ 9 ਦਾ ਬਣਾ ਦਾਂਗੇ ਫਿਰ ਉਹ 9 ਹੀ ਦੇਊਗਾ। ਜਿਵੇਂ ਦੀ ਇੱਕ ਵਾਰੀ ਇੰਸਟਰਕਸ਼ਨ ਦੇਤੀ ਕੰਪਿਊਟਰ ਉਹੀ ਆਊਟਪੁੱਟ ਦੇਊਗਾ, ਤਾਂ ਇਹ ਇਨਐਕੂਰੇਟ ਨਹੀਂ ਹੋ ਸਕਦਾ। ਇਹ ਕੀ ਹੈ? ਐਕੂਰੇਸ, ਇਹਦੀ ਕਰੈਕਟਰਿਸਟਿਕਸ ਹੈ ਐਕੂਰੇਸੀ। ਕੰਪਿਊਟਰ ਦੇ ਵਿੱਚ ਕੋਈ ਫੀਲਿੰਗ ਨਹੀਂ ਹੁੰਦੀ, ਕੋਈ ਕੰਪਿਊਟਰ ਦੇ ਵਿੱਚ ਇਮੋਸ਼ਨਸ ਨਹੀਂ ਹੁੰਦੇ, ਇਹਦੀਆਂ ਕਰੈਕਟਰਿਸਟਿਕਸ ਨਹੀਂ ਹੈਗੀਆਂ। ਡੇਟਾ ਸਟੋਰ ਕਰਦੇ ਆ, ਜਿਵੇਂ ਆਪਾਂ ਨੂੰ ਪੁੱਛਿਆ ਸੀਗਾ, ਮੈਂ ਯਾਦ ਰੱਖਦਾ ਰਿਮੈਂਬਰੈਂਸ ਵਾਸਤੇ ਸਪੀਡ ਹੈ, ਬਹੁਤ ਜ਼ਿਆਦਾ ਸਪੀਡ ਹੈ। ਸੁਪਰ ਕੰਪਿਊਟਰ ਦੀ ਤਾਂ ਬਹੁਤ ਜ਼ਿਆਦਾ ਸਪੀਡ ਹੈ। ਜਿਹੜੇ ਆਪਾਂ ਕੰਪਿਊਟਰ ਯੂਜ਼ ਕਰਦੇ ਆ ਉਹਦੀ CPU ਦੀ ਸਪੀਡ ਵੀ ਆਪਾਂ ਨੂੰ ਪਤਾ 2.4 GHz। ਤਾਂ CPU ਦੀ ਸਪੀਡ ਦੇ ਯੂਨਿਟਸ ਹੁੰਦੇ ਨੇ GHz। ਤੇ ਸੁਪਰ ਕੰਪਿਊਟਰ ਦੀ ਸਪੀਡ ਮੈਂ ਆਲਰੇਡੀ ਦੱਸ ਚੁੱਕਿਆ, ਫਲੋਪਸ ਦੇ ਵਿੱਚ ਮੈਜਰ ਕਰਦੇ ਆ, ਫਲੋਟਿੰਗ ਪੁਆਇੰਟ ਆਪਰੇਸ਼ਨ ਪਰ ਸੈਕਿੰਡ। ਤੇ ਇੰਟਰਨੈਟ ਦੀ ਸਪੀਡ ਕਾਹਦੇ 'ਚ ਹੁੰਦੀ ਹੈ? ਬਿਟਸ ਪਰ ਸੈਕਿੰਡ ਦੇ ਵਿੱਚ। ਪ੍ਰਿੰਟਰ ਦੀ ਸਪੀਡ ਕਾਹਦੇ 'ਚ ਹੁੰਦੀ ਹੈ? ਪੇਜਸ ਪਰ ਮਿੰਟ, ਕਰੈਕਟਰ ਪਰ ਮਿੰਟ, ਤੇ ਇੱਕ ਹੋਰ ਹੁੰਦਾ ਲਾਈਨ ਪਰ ਮਿੰਟਸ। ਠੀਕ ਹੈ, ਇਹ ਸਪੀਡ ਤੇ ਸੀਗੇ। ਤੇ ਬਾਕੀ ਤਾਂ ਚਲੋ ਹਾਂ, ਇੰਟਰਨੈਟ ਦੀ ਸਪੀਡ ਦੇਖ ਲਈ, ਕੰਪਿਊਟਰ ਦੀ CPU ਦੀ ਤੇ ਸੁਪਰ ਕੰਪਿਊਟਰ ਦੀ, ਚਲੋ ਇਹ ਪੁੱਛ ਸਕਦਾ।
ਤੇ ਆਟੋਮੈਟਿਕ ਹੈ, ਇਹ ਆਪਣੇ ਆਪ ਹੀ ਕੰਮ ਕਰਦਾ। ਡਿਸੀਜਨ ਮੇਕਿੰਗ ਅਸੀਂ ਜੋ ਲਾ ਦਿੰਦੇ ਹਾਂ, ਅੱਜ ਕੱਲ੍ਹ AI ਦਾ ਜ਼ਮਾਨਾ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ, ਉਹਦੇ ਵਿੱਚ ਆਪਣੇ ਆਪ ਕੋਈ ਵੀ ਅਸੀਂ ਚੀਜ਼ਾਂ ਸਰਚ ਮਾਰਦੇ ਹਾਂ ਉਵੇਂ ਦੀਆਂ ਚੀਜ਼ਾਂ ਸਾਡੇ ਅੱਗੇ ਲੈ ਆਉਂਦਾ, ਤਾਂ ਆਟੋਮੈਟਿਕ ਹੈ। ਮੈਮਰੀ ਤੇ ਸਪੀਡ ਇੱਕੋ ਹੀ ਗੱਲ ਹੈ, ਮੈਮਰੀ ਤੇ ਸਪੀਡ ਨਹੀਂ, ਮੈਮਰੀ ਤੇ ਸਟੋਰੇਜ, ਠੀਕ ਆ। ਤੇ ਫਿਰ ਵਰਸਾਟਾਈਲਿਟੀ ਦਾ ਮਤਲਬ ਹਰ ਫਨਮੌਲਾ, ਜਿਹੜਾ ਬੰਦਾ ਸਾਰੇ ਕੰਮ ਕਰਦੇ ਉਹਨੂੰ ਆਪਾਂ ਕਹਿੰਦੇ ਬੜਾ ਵਰਸਾਟਾਈਲ ਬੰਦਾ ਯਾਰ, ਹੈ ਨਾ। ਸੋ ਡਿਲੀਜੈਂਸ ਹੁੰਦਾ ਹੈ ਕਿ ਇਹਦਾ ਕੈਪੈਸਿਟੀ ਆਫ ਏ ਕੰਪਿਊਟਰ ਪਰਫਾਰਮਿੰਗ ਰੈਪੀਟੇਟਿਵਲੀ ਵਿਦਾਊਟ ਗੈਟਿੰਗ ਟਾਇਰਡ। ਵੈਸੇ ਤਾਂ ਟਾਇਰਡਨੈਸ ਇੱਕੋ ਹੀ ਗੱਲ ਹੈ, ਟਾਇਰਡਨੈਸ ਹੁੰਦੀ ਹੈ ਥਕਾਵਟ, ਡਿਲੀਜੈਂਸ ਹੀ ਹੁੰਦਾ ਬਿਨਾਂ ਥੱਕੇ ਕੰਮ ਕਰਨਾ, ਇਹਦਾ ਉਲਟ ਹੈ ਟਾਇਰਡਨੈਸ ਦਾ, ਠੀਕ ਹੈ। ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ, ਸਕਰੀਨਸ਼ਾਟ ਲੈਣਾ ਲੈ ਸਕਦੇ ਹੋ। ਤਾਂ ਹੁਣ ਇਹਦਾ ਆਨਸਰ ਫਿਰ ਤੀਜਾ ਹੈ, ਤਿੰਨੋਂ ਹੀ ਠੀਕ ਨੇ, ਦੋਨੋਂ ਹੀ ਠੀਕ ਨੇ। ਅਗਲਾ, ਵਿਚ ਆਫ ਦੀ ਫੋਲੋਇੰਗ ਇਜ਼ ਐਨ ਆਊਟਪੁੱਟ ਡਿਵਾਈਸ। ਪ੍ਰਿੰਟਰ ਆਊਟਪੁੱਟ ਹੈਗਾ, ਮਾਊਸ ਇਨਪੁੱਟ ਹੈ, ਡਿਜੀਟਾਈਜ਼ਰ ਆਪਾਂ ਨੂੰ ਪਤਾ ਹੈ, ਕੁਛ ਆਪਾਂ ਇੱਥੇ ਟਾਈਪ ਟੂਪ ਕਰਦੇ ਨੇ, ਡਰਾਇੰਗ ਵਗੈਰਾ ਬਣਾ ਦਿੰਦੇ, ਉਹ ਕੰਪਿਊਟਰ 'ਚ ਆ ਜਾਂਦਾ, ਇਹਨੂੰ ਡਿਜੀਟਾਈਜ਼ਰ ਬੋਲਦੇ ਆ। ਇਹ ਵੀ ਇਨਪੁੱਟ ਹੈ। ਬਾਰਕੋਡ ਰੀਡਰ, ਜਿਹੜਾ ਆਪਾਂ ਮੌਲ ਵਗੈਰਾ 'ਚ ਨਹੀਂ ਜਾਂਦੇ ਕਿਤੇ, ਕਹਿ ਲਓ ਵੀ ਗਰੋਸਰੀ ਸਟੋਰ ਤੇ ਜਾਂਦੇ, ਉਹ ਸਕੈਨ ਜਿਹਾ ਕਰਦੇ ਨੇ, ਉਹ ਬਾਰਕੋਡ ਰੀਡਰ ਹੁੰਦਾ। ਤਾਂ ਪ੍ਰਿੰਟਰ ਆਪਣੇ ਕੋਲੇ ਆਊਟਪੁੱਟ ਡਿਵਾਈਸ ਹੈ, ਇਹ ਆਨਸਰ ਪਹਿਲਾ। ਅਗਲਾ, ਵਿਚ ਆਫ ਦੀ ਫੋਲੋਇੰਗ ਕੀਬੋਰਡ ਸ਼ਾਰਟਕਟ ਯੂਜ਼ ਟੂ ਓਪਨ ਨਿਊ ਇਨਕੋਗਨੀਟੋ ਵਿੰਡੋ ਇਨ ਗੂਗਲ ਕਰੋਮ। ਇਹ ਮੈਂ ਕਰਾ ਚੁੱਕਿਆ ਪਹਿਲੇ 2 ਪਾਰਟ ਦੇ ਵਿੱਚ ਚੰਗੇ ਤਰੀਕੇ ਨਾਲ, ਕਿ ਗੂਗਲ ਕਰੋਮ ਦੇ ਸ਼ਾਰਟਕਟ ਸਾਰੇ ਕਰਾਏ ਨੇ। ਨਿਊ ਇਨਕੋਗਨੀਟੋ ਵਿੰਡੋ ਕੀ ਹੁੰਦੀ ਹੈ? ਜਿੱਥੇ ਅਸੀਂ ਪ੍ਰਾਈਵੇਟ ਬਰਾਊਜ਼ਿੰਗ ਕਰਦੇ ਹਾਂ, ਸਾਡਾ ਬਰਾਊਜ਼ਰ ਉਹ ਹਿਸਟਰੀ ਨੂੰ ਸਟੋਰ ਨਹੀਂ ਕਰਦਾ, ਉਹਨੂੰ ਇਨਕੋਗਨੀਟੋ ਟੈਬ ਬੋਲਦੇ ਆ, ਠੀਕ ਹੈ। ਬਟ ਇਹ ਨਹੀਂ ਹੈਗਾ ਵੀ ਇਹ ਟਰੈਕ ਹੀ ਨਹੀਂ ਹੁੰਦੀ। ਜਿਹੜਾ ਸਾਡਾ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੁੰਦਾ, ISP ਹੁੰਦਾ, ਉੱਥੇ ਸਾਰੀਆਂ ਚੀਜ਼ਾਂ ਸਟੋਰ ਹੁੰਦੀਆਂ ਨੇ। ਜੇ ਅਸੀਂ ਚਾਹੁੰਦੇ ਹਾਂ ਉੱਥੋਂ ਵੀ ਨਾ ਅਸੀਂ ਟਰੇਸ ਹੋਈਏ, ਤਾਂ ਫਿਰ ਅਸੀਂ VPN ਯੂਜ਼ ਕਰਾਂਗੇ, ਵਰਚੁਅਲ ਪ੍ਰਾਈਵੇਟ ਨੈਟਵਰਕ, ਹੈ ਨਾ। ਤਾਂ ਇੱਥੇ ਹੁੰਦਾ ਇਹਦਾ ਫਿਰ ਸ਼ਾਰਟਕਟ ਪੁੱਛਿਆ ਆਪਾਂ ਨੂੰ, ਆਹ ਦੇਖੋ ਇਨਕੋਗਨੀਟਿਵ ਵਿੰਡੋ ਦੇ ਵਿੱਚ ਹੁੰਦਾ ਕੰਟਰੋਲ ਸ਼ਿਫਟ ਤੇ N। ਬਾਕੀ ਸਾਰੀਆਂ ਪੜ੍ਹ ਲਿਓ, ਮੈਂ ਪਹਿਲੇ 2 ਪਾਰਟਸ ਦੇ ਵਿੱਚ ਚੰਗੀ ਤਰ੍ਹਾਂ ਕਰਾਈਆਂ ਹੋਈਆਂ ਨੇ, ਹੁਣ ਆਪਾਂ ਟਾਈਮ ਵੇਸਟ ਨਹੀਂ ਕਰਦੇ। ਸੋ ਪਹਿਲਾ ਆਨਸਰ ਹੈ। ਅਗਲਾ ਕਹਿੰਦਾ, ਵਾਟ ਇਜ਼ ਦੀ ਵਿੰਡੋ ਸ਼ਾਰਟਕਟ ਟੂ ਸੈਟ ਫੋਕਸ ਇਨ ਨੋਟੀਫਿਕੇਸ਼ਨ ਏਰੀਆ ਆਫ ਵਿੰਡੋ ਡੈਸਕਟਾਪ। ਵਿੰਡੋ ਡੈਸਕਟਾਪ ਦੇ ਵਿੱਚ ਨੋਟੀਫਿਕੇਸ਼ਨ ਏਰੀਆ ਬਾਰੇ ਪੁੱਛ ਰਿਹਾ, ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾ ਦੇਣਾ, ਵੀਡੀਓ ਨਾ ਬੰਦ ਹੋ ਜੇ ਬਸ। ਤਾਂ ਇਹ ਹੁੰਦਾ ਹੈ ਵਿੰਡੋ ਦਾ ਲੋਗੋ ਦੱਬਾਂਗੇ ਆਪਾਂ, ਵਿੰਡੋ ਦਾ ਲੋਗੋ ਪਲੱਸ B। ਆ ਦੇਖੋ ਆਹ ਵਾਲੇ ਨੋਟੀਫਿਕੇਸ਼ਨ ਏਰੀਆ ਨੇ, ਇੱਥੇ ਧਿਆਨ ਰੱਖਿਓ, ਇੱਥੇ ਜਾ ਕੇ ਆਪਣਾ ਕਰਜ਼ਰ ਜਾਊਗਾ। ਇੱਥੇ ਵਿੰਡੋ ਮੈਂ B ਪ੍ਰੈਸ ਕਰਦਾ, ਦੇਖੋ ਆਹ ਸਿਲੈਕਟ ਹੋ ਗਿਆ ਪਹਿਲਾ। ਸ਼ੋ ਹਿਡਨ ਆਈਕਨ, ਫਿਰ ਦੁਬਾਰੇ B ਪ੍ਰੈਸ ਕਰਾਂਗੇ, ਵਿੰਡੋ B, ਠੀਕ ਆ। ਸੋ ਇਸ ਤਰ੍ਹਾਂ ਕਰਕੇ ਆਪਾਂ ਨੋਟੀਫਿਕੇਸ਼ਨ ਇੱਥੋਂ ਮਿਲ ਸਕਦੀਆਂ ਨੇ ਆਪਾਂ ਨੂੰ। ਕਲੀਅਰ ਹੋਈ ਗੱਲ? ਦੁਬਾਰੇ ਦੱਸ ਦਿੰਦਾ, ਵਿੰਡੋ B, ਦੇਖੋ ਨੋਟੀਫਿਕੇਸ਼ਨ ਆ ਗਈ ਹੈ ਨਾ, ਨੋਟੀਫਿਕੇਸ਼ਨ ਏਰੀਆ ਤੇ ਚਲਾ ਗਿਆ। ਸੋ ਇਹਦਾ ਇਹੀ ਚੀਜ਼ ਪੁੱਛ ਲਿਆ, ਆਪਾਂ ਕੁਐਸਚਨ ਪੜ੍ਹ ਰਹੇ ਨੇ ਧਿਆਨ ਨਾਲ। ਹਾਂ, ਵਿੱਚ ਕੀਵਰਡ ਸ਼ਾਰਟਕਟ ਟੂ ਸੈਟ ਫੋਕਸ ਇਨ ਦੀ ਨੋਟੀਫਿਕੇਸ਼ਨ ਏਰੀਆ ਆਫ ਵਿੰਡੋ ਡੈਸਕਟਾਪ। ਵਿੰਡੋ ਡੈਸਕਟਾਪ ਤੇ ਨੋਟੀਫਿਕੇਸ਼ਨ ਏਰੀਆ ਵਿੰਡੋ ਲੋਗੋ ਕੀ ਪਲੱਸ B ਦੇ ਨਾਲ ਆਪਾਂ ਦੇਖ ਸਕਦੇ ਹਾਂ। ਅਗਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਕੀਵਰਡ ਸ਼ਾਰਟਕਟ ਇਨ MS Excel ਟੂ ਓਪਨ ਦੀ ਇਨਸਰਟ ਫੰਕਸ਼ਨ ਡਾਇਲੌਗ। ਪੁੱਛ ਕਾਹਦੇ ਤੇ ਰਿਹਾ? ਐਕਸਲ ਦੇ ਵਿੱਚ ਇਨਸਰਟ ਡਾਇਲੌਗ। ਇਹ ਮੈਂ ਬਹੁਤ ਵਾਰੀ ਕਰਾਇਆ ਹੋਇਆ ਤੁਹਾਨੂੰ। ਆਹ ਹੁੰਦਾ ਇਨਸਰਟ ਡਾਇਲੌਗ, ਜਿਹਦੇ ਵਿੱਚ ਸਾਰੇ ਫੰਕਸ਼ਨਸ ਨੇ ਜਿਹੜੇ ਸਮ ਦੇ, ਉਹ ਆਪਾਂ ਇਨਸਰਟ ਕਰ ਸਕਦੇ ਹਾਂ। ਦੇਖੋ ਇਨਸਰਟ ਫੰਕਸ਼ਨ ਨੇ ਕਿਹੜੇ ਨਾਲ ਹੁੰਦੇ ਨੇ? Shift F3 ਦੇ ਨਾਲ, ਠੀਕ ਆ। ਅਗਲਾ ਹੈਗਾ, ਵਿਚ ਆਫ ਦੀ ਫੋਲੋਇੰਗ ਟਾਈਪਸ ਨਹੀਂ ਆਊਗਾ, ਟਾਈਪ ਆਊਗਾ। ਵਿਚ ਆਫ ਦੀ ਫੋਲੋਇੰਗ ਟਾਈਪ ਆਫ ਮੈਮਰੀ ਇਜ਼ ਪਾਰਟ ਆਫ ਪ੍ਰਾਇਮਰੀ ਮੈਮਰੀ। ਦੇਖੋ ਪ੍ਰਾਇਮਰੀ ਮੈਮਰੀ ਦਾ ਪੁੱਛ ਰਿਹਾ। ਪ੍ਰਾਇਮਰੀ ਮੈਮਰੀ RAM ਤੇ ROM ਹੁੰਦੀਆਂ ਨੇ, 2 ਮੈਮਰੀਜ਼ ਨੂੰ ਪ੍ਰਾਇਮਰੀ ਮੈਮਰੀ ਬੋਲਦੇ ਆ। ਵੈਸੇ ਇਹ ਇੰਟਰਨਲ ਵੀ ਹੈ। ਇੰਟਰਨਲ ਦੇ ਵਿੱਚ ਕਿਹੜੀਆਂ ਹੁੰਦੀਆਂ ਨੇ? ਰਜਿਸਟਰ ਤੇ ਕੈਸ਼ੇ। ਸਾਰੀਆਂ ਤਿੰਨੋਂ ਇਹ ਕਾਹਦੇ ਚ ਆਉਂਦੀਆਂ ਨੇ? ਇੰਟਰਨਲ ਮੈਮਰੀਜ਼, ਠੀਕ ਹੈ, ਅੰਦਰ ਹੁੰਦੀਆਂ ਨੇ ਕੰਪਿਊਟਰ ਦੇ। ਤੇ ਬਾਕੀ ਜਿਹੜੀਆਂ ਹਾਰਡ ਡਿਸਕ ਵਗੈਰਾ ਹੋ ਗਈਆਂ, ਉਹ ਐਕਸਟਰਨਲ ਮੈਮਰੀ ਹੁੰਦੀਆਂ ਨੇ। ਤਾਂ ਪ੍ਰਾਇਮਰੀ ਦੇ ਵਿੱਚ RAM ਤੇ ROM, ਰੈਂਡਮ ਐਕਸੈਸ ਮੈਮਰੀ, ਰੀਡ ਓਨਲੀ ਮੈਮਰੀ। ਇਹ ਵੋਲਾਟਾਈਲ ਹੈ। ਵੋਲਾਟਾਈਲ ਦਾ ਮਤਲਬ ਜਦੋਂ ਅਸੀਂ ਪਾਵਰ ਬੰਦ ਕਰ ਦਾਂਗੇ ਇਹਦੇ ਕੰਟੈਂਟ ਲੌਸਟ ਹੋ ਜਾਣਗੇ। ROM ਨੌਨ ਵੋਲਾਟਾਈਲ ਹੈ, ਇਹ ਰੀਡ ਐਂਡ ਰਾਈਟ ਦੋਨੇ ਕੰਮ ਕਰ ਸਕਦੇ ਹਾਂ। ROM ਸਿਰਫ ਰੀਡ ਓਨਲੀ ਹੈ, ਤੇ ਇਹ ਵਰਕਿੰਗ ਏਰੀਆ ਕੰਪਿਊਟਰ ਦਾ। RAM ਨੂੰ ਅਸੀਂ ਫਿਜ਼ੀਕਲ ਵੀ ਬੋਲ ਦਿੰਦੇ ਹਾਂ, ਫਿਜ਼ੀਕਲ ਮੈਮਰੀ। ਓਨਲੀ RAM is known as physical memory, all other memories are known as logical memories। ਤਾਂ ROM ਜਿਹੜਾ ਹੈ, RAM ਦਾ ਤਾਂ ਕੰਮ ਹੈ ਵਰਕਿੰਗ ਏਰੀਆ। ਕੋਈ ਵੀ ਅਸੀਂ ਪ੍ਰੋਗਰਾਮ ਚਲਾਉਣਾ ਪਹਿਲਾਂ RAM 'ਚ ਲੋਡ ਹੋਊਗਾ ਫਿਰ ਚੱਲੂਗਾ। ਆਪਰੇਟਿੰਗ ਸਿਸਟਮ ਵੀ ਸਾਨੂੰ RAM 'ਚ ਲੋਡ ਕਰਨਾ ਪੈਂਦਾ। ਆਪਰੇਟਿੰਗ ਸਿਸਟਮ ਸਟੋਰ ਹੁੰਦਾ ਹਾਰਡ ਡਿਸਕ ਦੇ ਵਿੱਚ, ਸੈਕੰਡਰੀ ਸਟੋਰੇਜ ਦੇ ਵਿੱਚ, ਤੇ ਲੋਡ ਕਾਹਦੇ 'ਚ ਹੁੰਦਾ? RAM ਦੇ ਵਿੱਚ। ਜਿਹੜਾ
ਆਪਰੇਟਿੰਗ ਸਿਸਟਮ ਸੌਫਟਵੇਅਰ ਨੂੰ ਸੈਕੰਡਰੀ ਸਟੋਰੇਜ ਦੇ ਵਿੱਚੋਂ ਪ੍ਰਾਇਮਰੀ ਸਟੋਰੇਜ ਦੇ ਵਿੱਚ ਲੋਡ ਕਰਾਉਂਦਾ ਉਹਨੂੰ ਅਸੀਂ ਬੋਲ ਦਿੰਦੇ ਹਾਂ ਬੂਟ ਲੋਡਰ। ਤੇ ਉਹ ਬੂਟ ਲੋਡਰ ਕਿੱਥੇ ਸਟੋਰ ਹੁੰਦਾ ਹੈ? ਰੋਮ ਦੇ ਵਿੱਚ ਸਟੋਰ ਹੁੰਦਾ। ਤਾਂ ਹੀ ਅਸੀਂ ਕਹਿ ਰਹੇ ਹਾਂ ਸਟੋਰੇਜ ਦੀ ਬੂਟ ਲੋਡਰ। ਤਾਂ ਕਈ ਵਾਰੀ ਪੁੱਛ ਲਏ ਕਿਹੜਾ ਪ੍ਰੋਗਰਾਮ ਆਪਰੇਟਿੰਗ ਸਿਸਟਮ ਨੂੰ ਸੈਕੰਡਰੀ ਸਟੋਰੇਜ ਤੋਂ ਪ੍ਰਾਇਮਰੀ ਸਟੋਰੇਜ ਦੇ ਵਿੱਚ, ਜਾਂ ਤਾਂ ਸੈਕੰਡਰੀ ਟੂ ਪ੍ਰਾਇਮਰੀ ਬੋਲਦੇ, ਜਾਂ ਸੈਕੰਡਰੀ ਟੂ ਰੈਮ ਬੋਲਦੇ, ਜਾਂ ਸੈਕੰਡਰੀ ਟੂ ਫਿਜ਼ੀਕਲ ਬੋਲਦੇ, ਇੱਕੋ ਹੀ ਗੱਲ ਹੈ। ਲੋਡ ਕਰਾਉਂਦਾ ਉਹ ਕਿਹੜਾ? ਬੂਟ ਲੋਡਰ ਹੈ। ਤੇ ਦੂਜਾ ਕੁਐਸਚਨ ਹੈ ਬੂਟ ਲੋਡਰ ਸਟੋਰ ਕਿੱਥੇ ਹੁੰਦਾ ਹੈ? ਰੋਮ ਦੇ ਵਿੱਚ। ਤੀਜਾ ਕੁਐਸਚਨ ਕੰਪਿਊਟਰ ਦੀਆਂ ਸਟਾਰਟਅਪ ਇੰਸਟਰਕਸ਼ਨਾਂ ਕਿੱਥੇ ਸਟੋਰ ਹੁੰਦੀਆਂ ਨੇ? ਉਹ ਵੀ ਰੋਮ ਦੇ ਵਿੱਚ, ਕਿਉਂਕਿ ਸਟਾਰਟ ਕਰਨ ਲਈ ਬੂਟ ਲੋਡਰ ਵਰਤਿਆ ਜਾਂਦਾ। ਸਟਾਰਟਅਪ ਰੂਟੀਨ ਜਾਂ ਸਟਾਰਟਅਪ ਇੰਸਟਰਕਸ਼ਨਾਂ ਕਿੱਥੇ ਸਟੋਰ ਹੁੰਦੀਆਂ ਨੇ? ਰੋਮ ਦੇ ਵਿੱਚ। ਇਹ 3-4 ਕੁਐਸਚਨ ਬਣ ਜਾਂਦੇ ਹੁੰਦੇ ਨੇ, ਬਹੁਤ ਇੰਪੋਰਟੈਂਟ ਨੇ। ਤਾਂ ਆਪਾਂ ਨੂੰ ਤਾਂ ਪੁੱਛਿਆ ਸੀ ਪਾਰਟ ਆਫ ਪ੍ਰਾਇਮਰੀ ਮੈਮਰੀ ਤਾਂ ਰੈਮ ਹੈ, ਠੀਕ ਆ। ਅਗਲਾ ਕਹਿੰਦਾ ਵਟ ਇਜ਼ ਦੀ ਲੇਬਲ ਔਰ ਦੀ 27th ਕਾਲਮ ਇਨ MS ਐਕਸਲ ਸ਼ੀਟ। ਆਪਾਂ ਦੇਖ ਲੈਂਦੇ ਹਾਂ, ਜਿਵੇਂ ਐਕਸਲ ਹੈ, ਇੱਥੋਂ ਸ਼ੁਰੂ ਹੁੰਦਾ ਹੈ, ਪਹਿਲੇ ਤੇ ਉੱਪਰ ਹੁੰਦਾ ABCD ਐਵੇਂ ਚੱਲਦਾ ਆਉਂਦਾ, ਤਾਂ Z ਤੇ ਜਾ ਕੇ 26 ਹੋ ਜਾਂਦਾ ਹੈ, ਠੀਕ ਹੈ, ਕਿਉਂਕਿ 26 ਲੈਟਰ ਹੁੰਦੇ ਨੇ ABC ਦੇ, ਤਾਂ Z ਤੇ ਜਾ ਕੇ 26 ਹੋ ਜਾਂਦਾ ਹੈ। ਤੇ ਜਦੋਂ ਦੁਬਾਰਾ 27ਵਾਂ, ਫਿਰ ਦੁਬਾਰੇ ਤਾਂ ਅੱਖਰ ਤਾਂ ਮੁੱਕ ਗਏ, Z ਤੋਂ ਬਾਅਦ A ਚੱਲੂਗਾ, ਫਿਰ ਪਤਾ ਨਹੀਂ ਲੱਗਣਾ ਵੀ ਕਿਹੜਾ ਕਾਲਮ ਹੈ। ਜਿਵੇਂ ਆਹ ਦੇਖ ਲਓ ਨਾ, ਆਏ ਹੁੰਦੇ ਐਕਸਲ ਦੇ ਵਿੱਚ, ਇੱਥੇ ਸੀਗਾ ABCD, ਐਂਡ ਤੇ ਆ ਗਿਆ Z, ਇਹ 26ਵਾਂ। ਦੁਬਾਰੇ 27ਵੇਂ ਦਾ ਨਾਮ ਆਪਾਂ A ਨਹੀਂ ਰੱਖ ਸਕਦੇ, ਕਿਉਂਕਿ 2 ਕਾਲਮ ਦਾ ਨਾਮ ਸੇਮ ਨਹੀਂ ਹੋ ਸਕਦਾ। ਫਿਰ ਕੀ ਪਤਾ ਲੱਗੂ ਵੀ 27ਵੇਂ ਇਹਦੇ 'ਚ ਕਹਿ ਰਿਹਾ ਕਿ ਪਹਿਲੇ ਦੇ ਵਿੱਚ ਕਹਿ ਰਿਹਾ, ਹੈ ਨਾ। ਤਾਂ ਫਿਰ A ਇੱਥੇ ਫਿਕਸ ਕਰ ਦਾਂਗੇ, ਦੁਬਾਰੇ ਫਿਰ ਚੱਲ ਪੂ AB, ਜਿਵੇਂ ਆ ਦੇਖੋ ਆ ਸੀ AB, ਪਹਿਲੇ ਨੂੰ ਫਿਕਸ ਕਰਤਾ ਤੇ ਦੂਜਾ ਨਾਲ ਉਵੇਂ ਹੀ ਚੱਲੀ ਜਾਂਦਾ। ਤੇ ਜਦੋਂ ਹੁਣ ਇਹ ਜਾ ਕੇ ਵਗ ਜੂਗਾ ਐਂਡ ਤੇ ਜਾ ਕੇ ਇਹ ਗੱਲ ਪਹੁੰਚ ਜੂਗੀ ਆਪਣੀ AZ ਤੇ, AZ ਤੋਂ ਬਾਅਦ ਆ A ਤੋਂ ਸ਼ੁਰੂ ਹੋ ਜੂ, ਆ A ਚੱਲ ਗਿਆ ਪਹਿਲੇ ਦਾ, ਉੱਥੋਂ B ਹੋ ਜੂ, BA BB ਇਸ ਤਰ੍ਹਾਂ ਕਰਕੇ, ਠੀਕ ਹੈ। ਸੋ ਬੜਾ ਵਧੀਆ ਕੁਐਸਚਨ ਸੀਗਾ ਇਹ, ਦਿਮਾਗ ਨਾਲ ਹੋ ਜਾਂਦਾ ਉੱਥੇ ਵੀ, ਜੇ ਸਾਨੂੰ ਥੋੜਾ ਜਿਹਾ ਪਤਾ ਹੁੰਦਾ। ਕਰਕੇ ਆਏ ਹੋਣਗੇ ਬੱਚੇ, ਕਰਕੇ ਆਏ ਹੋਣਗੇ। 27ਵੇਂ ਦਾ AA ਆ ਗਿਆ, ਠੀਕ ਆ। ਅੱਗੇ ਵਿੱਚ ਉਹਦੀ ਫੋਲੋਇੰਗ ਇਜ਼ ਏ ਵੈਲਿਡ ਈਮੇਲ ID। ਕਹਿੰਦਾ ਕਿਹੜੀ ਵੈਲਿਡ ਈਮੇਲ ID ਹੈ? ਜੇ ਆਪਾਂ ਦੇਖ ਲਈਏ ਆਹ ਵੈਲਿਡ ਈਮੇਲ ID ਨਹੀਂ। ਈਮੇਲ ਦੇ 2 ਪਾਰਟ ਹੁੰਦੇ ਨੇ, ਪਿਛਲੇ ਦੇ ਵਿੱਚ ਵੀ ਕਰਾ ਚੁੱਕਾ, ਜਿਵੇਂ ਬਾਈਨਰੀ ਇੰਸਟਰਕਟਰ, ਇਹ ਆਪਣੀ ਮੇਲ ID ਹੈ @gmail.com, ਬਾਈਨਰੀ ਇੰਸਟਰਕਟਰ @gmail.com। ਤੇ ਆਹ ਇਹਦਾ ਪਹਿਲਾ ਪਾਰਟ ਹੈ, ਜਿਹਨੂੰ ਹੋਸਟ ਨੇਮ ਬੋਲ ਦਿੰਦੇ ਆ। ਆਹ ਸਰਵਰ ਹੁੰਦਾ, ਸਰਵਰ ਨੇਮ, ਹੋਸਟ ਨੇਮ ਜਾਂ ਡੋਮੇਨ ਨੇਮ ਬੋਲਿਆ ਜਾਂਦਾ ਇਹਨੂੰ, ਠੀਕ ਹੈ। ਯੂਜ਼ਰ ਨੇਮ, ਸੌਰੀ ਗਲਤ ਦੱਸ ਗਿਆ ਮੈਂ ਤੁਹਾਨੂੰ। ਆਹ ਹੁੰਦਾ ਹੋਸਟ ਨੇਮ ਜਾਂ ਯੂਜ਼ਰ ਨੇਮ, ਆਹ ਹੁੰਦਾ ਡੋਮੇਨ ਨੇਮ। ਮੈਂ ਪਹਿਲਾਂ ਇੱਧਰ ਵਾਲੇ ਨੂੰ ਡੋਮੇਨ ਕਹਿ ਗਿਆ ਸੀ, ਡੋਮੇਨ ਨੇਮ। ਕਲੀਅਰ ਹੋਈ ਗੱਲ? ਜਾਂ ਸਰਵਰ ਨੇਮ ਵੀ ਬੋਲਿਆ ਜਾਂਦਾ। ਈਮੇਲ ਦੇ 2 ਪਾਰਟ ਨੇ, ਕੁਐਸਚਨ ਆਇਆ ਹੋਇਆ ਪਿਛਲੇ ਮੈਂ ਪਾਰਟ 'ਚ ਕਰਾਇਆ ਹੋਇਆ। ਤੇ ਸੈਪਰੇਟ ਕਿਹਦੇ ਦੁਆਰਾ ਹੁੰਦਾ? @ ਦੁਆਰਾ। ਤਾਂ ਇਹਦੇ 'ਚ 1 ਪਾਰਟ ਹੈ, ਇਹ ਆਨਸਰ ਹੈ ਨਹੀਂ। ਇਹਦੇ 'ਚ @ ਹੈ ਨਹੀਂ, 2 ਪਾਰਟ ਹੈ ਨਹੀਂ। ਇਹਦੇ 'ਚ 2 @ ਹੈ, ਇਹ ਵੀ ਆਨਸਰ ਹੈ ਨਹੀਂ। ਤਾਂ ਪਹਿਲਾ ਆਨਸਰ ਹੈ। ਕਲੀਅਰ ਹੋਈ ਗੱਲ? ਸੋ ਇਹਦੇ ਨਾਲ ਲੱਗਦਾ ਇੱਕ ਕੁਐਸਚਨ ਹੋਰ, 2 ਕੁਐਸਚਨ ਦੱਸ ਦੇਣਾ, ਪੁੱਛੇ ਜਾ ਸਕਦੇ ਨੇ। ਪਹਿਲੀ ਈਮੇਲ 1965 ਦੇ ਵਿੱਚ ਸਟਾਰਟ ਹੋਈ, ਹਨਾ, ਜਦੋਂ ਮੇਲ ਬਾਕਸ ਬਣਿਆ ਸੀ। ਬਟ ਇਹ ਸੇਮ ਕੰਪਿਊਟਰ ਤੇ ਸੀ, ਇੱਕੋ ਹੀ ਕੰਪਿਊਟਰ ਤੇ ਮੇਲ ਬਾਕਸ ਬਣਿਆ ਸੀ। ਨੈਟਵਰਕ ਤਾਂ ਉਦੋਂ ਹੈ ਹੀ ਨਹੀਂ ਸੀ। ਪਹਿਲਾ ਨੈਟਵਰਕ ਸੀਗਾ ARPANET, 1969 ਦੇ ਵਿੱਚ ਆਇਆ ARPANET, ਠੀਕ ਹੈ। ਕੀ ਸੀਗਾ? ਫਸਟ ਨੈਟਵਰਕ। ਪਹਿਲਾ ਨੈਟਵਰਕ ARPANET ਸੀ। ਕਿਹਨੇ ਬਣਾਇਆ ਸੀ? ਡਿਪਾਰਟਮੈਂਟ ਆਫ ਡਿਫੈਂਸ, US ਮਿਲਟਰੀ ਦੁਆਰਾ। ਤਾਂ ਬਣਿਆ ਹੀ ਨਹੀਂ ਸੀ ਹਜੇ 65 ਦੇ ਵਿੱਚ ਨੈਟਵਰਕ ਤੇ ਕਿਵੇਂ ਮੇਲ ਆ ਜਾਏ। ਫਿਰ ARPANET ਬਣਿਆ। ਫਿਰ 1971 ਦੇ ਵਿੱਚ ਫਸਟ ਨੈਟਵਰਕ ਮੇਲ, ਫਸਟ ਨੈਟਵਰਕ ਈਮੇਲ। ਦੇਖੋ 2 ਕੁਐਸਚਨਾਂ 'ਚ ਉਲਝਣਾ ਨਹੀਂ। ਜੇ ਮੇਲ ਸਟਾਰਟਡ ਕਦੋਂ ਹੋਈ ਹੈ, ਪੁੱਛ ਲੈ ਵੈਨ ਦੀ ਮੇਲ ਇਜ਼ ਸਟਾਰਟਡ, ਤਾਂ 1965 'ਚ। ਜੇ ਪੁੱਛ ਲੈ ਫਸਟ ਨੈਟਵਰਕ ਮੇਲ ਕਦੋਂ ਸੀ, ਤਾਂ 1971 ਦੇ ਵਿੱਚ। ਤੇ ਫਾਦਰ ਕੌਣ ਹੈ ਈਮੇਲ ਦਾ? ਰੇ ਟੋਮਿਲਸਨ। ਟੋਮਿਲਸਨ ਸਪੈਲਿੰਗ ਤਾਂ ਮੈਨੂੰ ਯਾਦ ਨਹੀਂ ਹੁਣ, ਠੀਕ ਹੈ ਕਿ ਨਹੀਂ? ਫੀਲਿੰਗ ਜੀ ਇਹੀ ਹੈ ਵੀ ਰੇ ਟੋਮਿਲ, LIN ਹੈ, ਪਤਾ ਨਹੀਂ ਕੀ ਹੈ, ਟੋਮਿਲਸਨ, ਠੀਕ ਹੈ। ਸੋ ਇਹ ਪੁੱਛੇ ਜਾ ਸਕਦੇ ਨੇ, ਤਾਂ ਇਹ ਬਹੁਤ ਹੈ। ਚਲੋ ਅਗਲਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਐਲੋਕੇਟਸ ਐਂਡ ਡੀਐਲੋਕੇਟ ਕੰਪਿਊਟਰ ਰਿਸੋਰਸਿਸ ਟੂ 1 ਔਰ ਮੋਰ ਜੌਬਸ। ਕਹਿੰਦਾ ਜੌਬਸ ਹੁੰਦੀਆਂ ਨੇ, ਜਿਵੇਂ ਉਹਨਾਂ ਨੂੰ ਰਿਸੋਰਸ ਕੌਣ ਐਲੋਕੇਟ ਕਰਦਾ? ਜਿਵੇਂ ਆਪਾਂ ਕਹਿ ਦਈਏ ਵੀ ਆਪਾਂ ਕੋਈ ਬੰਦੇ ਲਿਆਂਦੇ ਨਰਮਾ ਗੁੱਡਣ ਵਾਸਤੇ, ਕਣਕ ਵੱਢਣ ਵਾਸਤੇ, ਉਹ ਬੰਦਿਆਂ ਨੂੰ ਆਪਾਂ ਸੰਦ ਫੜਾ ਤੇ, ਕਿਸੇ ਨੂੰ ਕਹੀ ਫੜਾਤੀ ਵੀ ਤੂੰ ਖਾਲ ਕੱਢ ਦੇ, ਕਿਸੇ ਨੂੰ ਕਸੀਆ ਫੜਾਤਾ, ਕਿਸੇ ਨੂੰ ਦਾਤੀ ਫੜਾਤੀ, ਖੁਰਪਾ ਫੜਾਤਾ, ਕੰਮ ਕਰਾਉਣ ਲਈ। ਉਹ ਸਮਾਨ ਐਲੋਕੇਟ ਕਰਦੇ ਆ ਨਾ ਆਪਾਂ,
ਉਹ ਸਮਾਨ ਨੂੰ ਰਿਸੋਰਸ ਬੋਲ ਦਿੰਦੇ ਆ। ਕੰਪਿਊਟਰ ਦੇ ਵਿੱਚ ਰਿਸੋਰਸ ਬੋਲਦੇ ਆ। ਜੌਬਸ ਕਿਹੜੀਆਂ ਹੁੰਦੀਆਂ ਨੇ, ਜਿਹੜੇ ਪ੍ਰੋਗਰਾਮ ਜਿਨ੍ਹਾਂ ਨੇ ਐਗਜ਼ੀਕਿਊਟ ਕਰਨਾ ਉਹਨਾਂ ਨੂੰ ਇਨਪੁਟ ਆਊਟਪੁੱਟ ਵੀ ਚਾਹੀਦੀ ਹੈ। ਕਿਸੇ ਨੇ ਗਾਣਾ ਪਲੇ ਕਰਨਾ ਉਹਨੂੰ ਸਪੀਕਰ ਚਾਹੀਦਾ ਹੈ ਨਾ, ਕੋਈ ਵਾਇਰਲੈਸ ਕਮਿਊਨੀਕੇਸ਼ਨ ਉਹਨੂੰ ਬਲੂਟੁੱਥ ਚਾਹੀਦਾ, ਇੰਟਰਨੈਟ ਵਾਲੇ ਨੂੰ ਤਾਰਾਂ ਚਾਹੀਦੀਆਂ ਨੇ, ਸੋ ਕਿਸੇ ਨੂੰ ਮੈਮਰੀ ਚਾਹੀਦੀ। ਉਹ ਸਾਰੇ ਰਿਸੋਰਸ ਨੇ। ਉਹ ਰਿਸੋਰਸਿਸ ਨੂੰ ਕੌਣ ਐਲੋਕੇਟ ਕਰਦਾ ਤਾਂ ਆਪਰੇਟਿੰਗ ਸਿਸਟਮ ਹੈ ਨਾ। ਤਾਂ ਫਿਰ ਆਪਾਂ ਨੂੰ ਪਤਾ ਲੱਗ ਗਿਆ ਆਨਸਰ ਮੈਂ ਪਹਿਲਾਂ ਹੀ ਦੱਸ ਗਿਆ, ਵੈਸੇ ਹੋਰ ਥੋੜਾ ਜਿਹਾ ਜ਼ਿਆਦਾ ਡਿਟੇਲਸ ਨਹੀਂ ਹੋਣਾ ਸੀ। ਉਹਨਾਂ ਸਾਰਿਆਂ ਨੂੰ ਆਪਰੇਟਿੰਗ ਸਿਸਟਮ ਕੀ ਕਰਦਾ, ਰਿਸੋਰਸ ਐਲੋਕੇਟ ਕਰਦਾ। ਠੀਕ ਆ, ਇਹ ਸਾਰੇ ਫੰਕਸ਼ਨ ਨੇ ਆਪਰੇਟਿੰਗ ਸਿਸਟਮ ਦੇ, ਪਹਿਲੀਆਂ 2 ਵੀਡੀਓ 'ਚ ਮੈਂ ਕਰਵਾਏ ਨੇ, ਪੜ੍ਹ ਲਿਓ ਇੱਕ ਵਾਰੀ। ਅੱਗੇ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਐਨ ਇਨਵੈਲਿਡ ਫਾਈਲ ਐਟਰੀਬਿਊਟਸ। ਇਹ ਮੈਂ ਕਰਾਉਣਾ ਤੁਹਾਨੂੰ ਚੰਗੀ ਤਰ੍ਹਾਂ। ਫਾਈਲ ਕੀ ਹੁੰਦੀ ਹੈ? ਸਭ ਤੋਂ ਪਹਿਲਾਂ ਫਾਈਲ ਹੁੰਦਾ, ਫਾਈਲ ਕੈਨ ਬੀ ਡਿਫਾਈਨਡ ਐਜ਼ ਡੇਟਾ ਸਟਰਕਚਰ ਵਿਚ ਸਟੋਰਡ ਦੀ ਸੀਕੁਐਂਸ ਆਫ ਰਿਕਾਰਡ। ਫਾਈਲ ਕਿਹਨੂੰ ਬੋਲਦੇ ਆ? ਬਹੁਤ ਸਾਰੇ ਰਿਕਾਰਡ ਇਕੱਠੇ ਕਰਕੇ ਆਪਾਂ ਇਹਨੂੰ ਸਟੋਰ ਕਰ ਲੈਂਦੇ ਹਾਂ। ਸੀਕੁਐਂਸ ਆਫ ਰਿਕਾਰਡਸ ਨੂੰ ਫਾਈਲ ਬੋਲਦੇ ਆ। ਤੇ ਫਾਈਲ ਆਰ ਸਟੋਰਡ ਇਨ ਫਾਈਲ ਸਿਸਟਮ। ਫਾਈਲ ਸਿਸਟਮ ਦੇ ਵਿੱਚ ਸਟੋਰਡ ਹੁੰਦੀ ਹੈ। ਫਾਈਲ ਸਿਸਟਮ ਕੀ ਹੁੰਦਾ ਹੈ? ਇੱਕ ਪੂਰਾ ਸਟਰਕਚਰ, ਜਿਵੇਂ ਘਰ ਦਾ ਸਟਰਕਚਰ ਹੈ, ਕਿੱਥੇ ਆਪਾਂ ਲੌਬੀ ਬਣਾਉਣੇ ਆ, ਕਿੱਥੇ ਵਾਸ਼ਰੂਮ ਹੁੰਦਾ ਹੈ, ਕਿੱਥੇ ਆਪਣਾ ਸਟੋਰ ਹੁੰਦਾ ਹੈ, ਕਿੱਥੇ ਡਰਾਇੰਗ ਰੂਮ ਹੁੰਦਾ ਹੈ, ਕਿੱਥੇ ਆਪਣਾ ਮੱਝਾਂ ਵਾਲੇ ਕਮਰੇ ਹੁੰਦੇ ਆ, ਕਿਤੇ ਕੁੱਤੇ ਵਾਲਾ ਬਣਾ ਲੈਣੇ ਆਪਾਂ, ਕੁੱਤੇ ਰੱਖਦੇ ਆ, ਕੁੱਤੀਆਂ ਵੀ ਰੱਖ ਲੈਣੇ ਕੰਧਾਂ ਚੜਾਉਣ ਵਾਸਤੇ ਹੈ ਨਾ। ਸੋ ਇਹ ਸਾਰਾ ਸਟਰਕਚਰ ਹੈ ਇੱਕ ਫੋਲੋ ਕਰਦਾ। ਇਹਨੂੰ ਆਪਾਂ ਸਟਰਕਚਰ ਨਕਸ਼ਾ ਬੋਲ ਦਿੰਦੇ ਹਾਂ। ਕੰਪਿਊਟਰ ਦੇ ਵਿੱਚ ਇਸੇ ਨਕਸ਼ੇ ਨੂੰ ਫਾਈਲ ਸਿਸਟਮ ਬੋਲਿਆ ਜਾਂਦਾ। ਤਾਂ ਡਿਸਕ ਤੇ ਐਗਜ਼ਿਸਟ ਕਰਦਾ ਇਹ। ਠੀਕ ਹੈ, ਫਾਈਲ ਕੈਨ ਬੀ ਸਿੰਪਲ ਔਰ ਕੰਪਲੈਕਸ। ਤੇ ਅਗਲਾ, ਜੇ ਕਲੈਕਸ਼ਨ ਆਫ ਫਾਈਲ ਮਿਲ ਜਾਣ ਤਾਂ ਉਹਨੂੰ ਕੀ ਬੋਲਦੇ ਨੇ? ਡਾਇਰੈਕਟਰੀ। ਫੋਲਡਰ ਵੀ ਬੋਲ ਸਕਦੇ ਹਾਂ ਡਾਇਰੈਕਟਰੀ ਨੂੰ। ਫੋਲਡਰ ਦੇ ਵਿੱਚ ਇੱਕੋ ਜਿਹੀਆਂ ਫਾਈਲਾਂ ਆਪਾਂ ਪਾ ਦਿੰਦੇ ਹਾਂ, ਸਿਮਿਲਰ ਟਾਈਪ ਦੀਆਂ ਹੈ ਨਾ। ਤੇ ਇਹ ਬਹੁਤ ਸਾਰੀਆਂ ਡਾਇਰੈਕਟਰੀਆਂ ਮਿਲ ਕੇ ਕੀ ਬਣ ਜਾਂਦਾ? ਇੱਕ ਫਾਈਲ ਸਿਸਟਮ ਬਣ ਜਾਂਦਾ। ਜਿਵੇਂ ਆਪਾਂ ਪੜ੍ਹਿਆ ਸੀ ਨਾ ਹਾਇਰਾਰਕੀਕਲ ਫਾਈਲ ਸਿਸਟਮ, ਇਹ ਮੈਂ ਸਬ ਇੰਸਪੈਕਟਰ ਵਾਲੀਆਂ ਵੀਡੀਓ 'ਚ ਕਰਾਇਆ ਹੋਇਆ ਚੰਗੀ ਤਰੀਕੇ ਨਾਲ ਵੀ ਫਾਈਲ ਸਿਸਟਮ ਕੀ ਹੁੰਦਾ। ਠੀਕ ਹੈ, ਜਿੱਥੇ ਟਾਈਪਸ ਆਫ ਫਾਈਲ ਸਿਸਟਮ ਜਾਂ ਟਾਈਪਸ ਆਫ ਡਾਇਰੈਕਟਰੀ ਕੀਤਾ ਸੀ ਆਪਾਂ, 1 ਲੈਵਲ ਡਾਇਰੈਕਟਰੀ, 2 ਲੈਵਲ ਡਾਇਰੈਕਟਰੀ, ਗ੍ਰਾਫ ਟਰੀ ਕਰਕੇ ਹੈ ਨਾ, ਉਹ ਸੀਗਾ। ਸੋ ਇਹ ਡੇਟਾ ਹੁੰਦਾ, ਡੇਟਾ ਜੁੜ ਕੇ ਕੀ ਬਣਾਉਂਦਾ? ਫਾਈਲ। ਫਾਈਲਾਂ ਜੁੜ ਕੇ ਬਹੁਤ ਸਾਰੀਆਂ ਫਾਈਲਾਂ, ਕਲੈਕਸ਼ਨ ਆਫ ਫਾਈਲਸ ਕੀ ਬਣਾਉਂਦਾ? ਡਾਇਰੈਕਟਰੀ। ਕਲੈਕਸ਼ਨ ਆਫ ਡਾਇਰੈਕਟਰੀਜ਼ ਕੀ ਬਣਾਉਂਦੀਆਂ ਨੇ? ਫਾਈਲ ਸਿਸਟਮ। ਹੁਣ ਅੱਗੇ ਆ ਗਿਆ ਐਟਰੀਬਿਊਟਸ। ਫਾਈਲ ਤੇ ਕਿਹੜੇ ਐਟਰੀਬਿਊਟ ਹੋ ਸਕਦੇ ਨੇ? ਜਿਵੇਂ ਫਾਈਲ ਦਾ ਪਹਿਲਾ ਨੇਮ ਹੋ ਸਕਦਾ, ਕੋਈ ਵੀ ਫਾਈਲ ਆ ਉਹਦਾ ਨਾਮ ਹੋਊਗਾ ਤੇ ਉਹਦਾ ਆਇਡੈਂਟੀਫਾਇਰ ਹੋਊਗਾ। ਆਇਡੈਂਟੀਫਾਇਰ ਕੀ ਹੋਊਗਾ? ਉਹਦੀ ਐਕਸਟੈਂਸ਼ਨ। ਜਿਵੇਂ .txt ਨੋਟਪੈਡ ਦੀ ਫਾਈਲ ਹੈ, .mp4 ਕਾਹਦੀ ਫਾਈਲ ਹੈ? ਵੀਡੀਓ ਦੀ ਫਾਈਲ ਹੈ। ਉਵੇਂ ਹੀ ਟਾਈਪ ਦਾ ਸਾਨੂੰ ਕਿੱਥੋਂ ਪਤਾ ਲੱਗਦਾ ਕਿ ਉਹ ਟੈਕਸਟ ਫਾਈਲ ਹੈ ਕਿ ਐਗਜ਼ੀਕਿਊਟੇਬਲ ਫਾਈਲ ਹੈ, ਆਡੀਓ ਹੈ, ਵੀਡੀਓ ਹੈ, ਫੋਟੋ ਵਾਲੀ ਫਾਈਲ, ਉਹ ਟਾਈਪ ਫੀਲਡ 'ਚੋਂ ਪਤਾ ਲੱਗੂਗਾ। ਠੀਕ ਹੈ, ਵੈਸੇ ਆ ਦੋਨੋਂ ਇੱਕੋ ਜਿਹੇ ਨੇ, ਆਇਡੈਂਟੀਫਾਇਰ ਤੇ ਟਾਈਪ। ਆਇਡੈਂਟੀਫਾਇਰ ਦੇ ਵਿੱਚ ਐਕਸਟੈਂਸ਼ਨ ਹੁੰਦੀ ਹੈ ਫਾਈਲ ਦੀ, ਤੇ ਟਾਈਪ ਦੇ ਵਿੱਚ ਉਹ ਫਾਈਲ ਕਿਵੇਂ ਦੀ ਹੈ। ਹੁਣ ਆਪਾਂ ਵਰਡ ਦੀ ਫਾਈਲ ਲੈ ਲਈਏ, .docx। ਹੁਣ ਇਹਦੇ ਵਿੱਚ ਆਪਾਂ ਪੇਂਟਿੰਗ ਵੀ ਰੱਖ ਸਕਦੇ ਹਾਂ, ਵਰਡ ਡਾਕੂਮੈਂਟ ਵੀ ਰੱਖ ਸਕਦੇ ਹਾਂ, ਹੈ ਨਾ। ਸੋ ਉਹ ਟਾਈਪ ਦੱਸੂਗਾ ਵੀ ਇਹ ਕਿਵੇਂ ਦੀ ਫਾਈਲ ਹੈ। ਲੋਕੇਸ਼ਨ, ਫਾਈਲ ਕਿੱਥੇ ਸਟੋਰ ਪਈ ਹੈ, ਤੇ ਸਾਈਜ਼ ਕਿੰਨਾ ਫਾਈਲ ਦਾ, ਹੈ ਨਾ। ਤੇ ਪ੍ਰੋਟੈਕਸ਼ਨ ਦੇ ਵਿੱਚ ਆ ਜਾਂਦਾ ਵੀ ਤੁਸੀਂ ਸਿਕਿਉਰਿਟੀ ਲੱਗੀ ਹੈ ਕਿ ਉਹ ਫਾਈਲ ਰੀਡ ਓਨਲੀ ਹੈ, ਕੀ ਤੁਸੀਂ ਰੀਡ ਤੇ ਰਾਈਟ ਦੋਨੋਂ ਹੀ ਕਰ ਸਕਦੇ ਹੋ, ਕਿ ਤੁਸੀਂ ਰੀਡ ਰਾਈਟ ਐਗਜ਼ੀਕਿਊਟ ਸਾਰਾ ਕੁਝ ਕਰ ਸਕਦੇ ਹੋ। ਇਹ ਪ੍ਰੋਟੈਕਸ਼ਨ ਇਨਫੋਰਮੇਸ਼ਨ ਦੇ ਵਿੱਚ ਹੁੰਦਾ। ਲਾਸਟ ਟਾਈਮ ਐਂਡ ਡੇਟ ਦੇ ਵਿੱਚ ਓਨਰ ਕੌਣ ਹੈ ਫਾਈਲ ਦਾ, ਕਦੋਂ ਫਾਈਲ ਕ੍ਰੀਏਟ ਹੋਈ, ਕਦੋਂ ਫਾਈਲ ਮੋਡੀਫਾਈ ਹੋਈ, ਅਪਡੇਟ ਹੋਈ। ਠੀਕ ਹੈ, ਸੋ ਇਨਵੈਲਿਡ ਐਟਰੀਬਿਊਟ ਕਿਹੜਾ ਹੈ? ਨੇਮ ਐਟਰੀਬਿਊਟ ਹੈਗਾ, ਆਇਡੈਂਟੀਫਾਇਰ ਵੀ ਹੈਗਾ, ਟਾਈਪ ਵੀ ਹੈਗਾ, ਕਲਰ ਨਹੀਂ ਹੁੰਦਾ। ਫਿਰ ਦਾ ਇਹ ਆਨਸਰ ਹੈ। ਕਲੀਅਰ ਹੋਈ ਗੱਲ। ਅਗਲਾ ਕੁਐਸਚਨ ਹੈ, ਕਹਿੰਦਾ ਵਿਚ ਰੋਮ ਕੰਟੈਂਟ ਕੈਨ ਬੀ ਅਰੇਜ਼ਡ ਬਾਈ ਐਕਸਪੋਜ਼ਿੰਗ ਇਟਸ ਟੂ ਸਟਰੋਂਗ ਅਲਟਰਾਵਾਇਲਟ ਰੇਜ਼। ਅਲਟਰਾਵਾਇਲਟ ਲਾਈਟ ਕਿਹੜੀ? ਕਹਿੰਦਾ ਰੋਮ ਨੂੰ ਅਰੇਜ਼ ਕੀਤਾ ਜਾ ਸਕਦਾ ਅਲਟਰਾਵਾਇਲਟ ਲਾਈਟ ਦੁਆਰਾ। ਠੀਕ ਹੈ, ਆਪਾਂ ਪੜ੍ਹ ਲੈਂਦੇ ਹਾਂ। ਟਾਈਪਸ ਆਫ ਰੋਮ, ਮਾਸਕਡ ਰੋਮ ਹੁੰਦਾ ਇੱਕ, ਤੇ ਇਹ ਕੈਨ ਨਾਟ enable the user to change the data stored on it। ਇਹ ਅਲਾਓ ਹੀ ਨਹੀਂ ਕਰਦਾ, ਇਹ ਭਰੀ ਭਰਾਈ ਆਉਂਦੀ ਹੈ ਮੈਨੂਫੈਕਚਰਰ ਦੁਆਰਾ। ਤੇ ਜਿਹੜੀ PROM ਹੁੰਦੀ ਹੈ, ਇਹ ਹੁੰਦੀ ਹੈ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਇੱਕ ਤਾਂ ਇਹਨਾਂ ਦੀ ਐਬਰੀਵੇਸ਼ਨ ਪੁੱਛ ਸਕਦਾ ਹੈ ਨਾ। ਦਿਸ ਮੈਮਰੀ ਇਜ਼ ਰਿਟਨ ਓਨਲੀ ਵੰਸ ਬਾਈ ਦੀ ਯੂਜ਼ਰ। ਤੇ ਬਿਜਲੀ ਦੁਆਰਾ ਲਿਖੀ ਜਾਂਦੀ ਹੈ, ਇਲੈਕਟ੍ਰੀਸਿਟੀ ਦੁਆਰਾ। ਤੁਸੀਂ ਇੱਕ ਵਾਰੀ ਲਿਖ ਸਕਦੇ ਹੋ। ਇਹ ਕਿਹਦੇ ਵਰਗੀ ਹੈ? ਇਹ CDR ਵਰਗੀ ਹੈ। CDR ਹੁੰਦਾ ਹੈ ਕੰਪੈਕਟ ਡਿਸਕ ਰਿਕਾਰਡੇਬਲ। ਮੈਨੂੰ ਕਿਸੇ ਸਟੂਡੈਂਟ ਨੇ ਕਮੈਂਟ ਆਇਆ ਸੀ ਤੁਹਾਡਾ, ਮੈਂ ਦੱਸ ਦਿੰਦਾ ਕਿ CD ਦੀ ਜੇਕਰ ਆਪਾਂ ਗੱਲ ਕਰੀਏ, CD ਦੀਆਂ 3 ਟਾਈਪ ਹੁੰਦੀਆਂ ਨੇ, CD-ROM, CDR ਤੇ CDRW। CD-ROM ਹੈ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ। ਇਹ ਭਰੀ ਭਰਾਈ DVD ਮਿਲਦੀ ਹੈ ਆਪਾਂ ਨੂੰ, CD ਸੌਰੀ, ਇਹਨੂੰ ਅਸੀਂ ਚੇਂਜ ਨਹੀਂ, ਕੁਝ ਵੀ ਆਪਾਂ ਰੀਰਾਈਟ ਨਹੀਂ ਕਰ ਸਕਦੇ, ਰੀਡ ਓਨਲੀ ਮੈਮਰੀ ਕੰਪੈਕਟ ਡਿਸਕ।
ਇਹ ਰੋਮ ਉਹ ਨਹੀਂ ਹੁੰਦੀ ਜਿਹੜੀ ਬੂਟ ਲੋਡਰ ਸਟੋਰ ਕਰਦੀ ਆ। ਉਹ ਰੋਮ ਜਿਹਦੇ ਆਪਾਂ ਪੜ੍ਹ ਰਹੇ ਹਾਂ, ਇਹ ਰੋਮ ਦਾ ਮਤਲਬ ਕਹਿਣ ਦਾ ਮਤਲਬ ਹੈ ਵੀ ਇਹ ਰੀਡ ਓਨਲੀ ਹੈ, ਤਾਂ ਰੀਡ ਓਨਲੀ ਮੈਮਰੀ ਹੈ ਇਹ, ਨਾ ਕਿ ਰੋਮ ਉਹ ਵਾਲੀ ਜਿਹੜੇ ਬੂਟ ਲੋਡਰ ਸਟੋਰ ਕਰਦੇ ਆ। ਇੱਕ ਤਾਂ ਇਹ ਕਨਫਿਊਜ਼ ਨਹੀਂ ਹੋਣਾ, ਰੋਮ ਵੱਖਰੀ ਹੈ, CD ਰੋਮ ਵੱਖਰੀ ਹੈ। ਇੱਕ ਦੂਸਰਾ CDR ਰਿਕਾਰਡੇਬਲ, ਇੱਕ ਵਾਰੀ ਖਾਲੀ CD ਮਿਲਦੀ ਹੈ, ਇਹਨੂੰ ਅਸੀਂ ਰਿਕਾਰਡ ਕਰ ਸਕਦੇ ਹਾਂ, ਤਾਂ ਇਹਨੂੰ ਅਸੀਂ WORM ਵੀ ਬੋਲਦੇ ਹਾਂ, ਯਾਨੀ ਕਿ ਰਾਈਟ ਵਨਸ ਰੀਡ ਮੈਨੀ, ਇੱਕ ਵਾਰੀ ਰਾਈਡ ਕਰ ਸਕਦੇ ਹਾਂ, ਰੀਡ ਜਿੰਨੇ ਵਾਰੀ ਮਰਜੀ ਸੁਣੀ ਜਾਓ, ਗਾਣੇ ਭਰਾ ਲਿਓ ਜਿੰਨੇ ਵਾਰੀ ਮਰਜੀ ਸੁਣੀ ਜਾਓ। ਤੇ RW ਹੈ ਰੀ ਰਾਈਟੇਬਲ ਹੈ, ਵਾਰੀ ਵਾਰੀ ਢਾਹ ਲਓ ਬਣਾ ਲਓ ਢਾਹ ਲਓ ਬਣਾ ਲਓ ਢਾਹ ਲਓ ਬਣਾ ਲਓ, ਹੈ ਨਾ। ਸੋ ਜਿਹੜੀ ਆਪਣੀ ਲੜਾਈ ਪੜ੍ਹਾਈ ਹੋਣੀ ਚਾਹੀਦੀ ਹੈ ਘਰਾਂ ਦੇ ਵਿੱਚ, ਉਹ ਇਹ ਹੋਣੀ ਚਾਹੀਦੀ ਆ ਵੀ ਲੜ ਪੋ ਫੇਰ ਬੋਲ ਪੋ, ਲੜ ਪੋ ਫੇਰ ਬੋਲ ਪੋ। ਆਹ ਵਾਲੀ ਲੜਾਈ ਕਿਸੇ ਨਾਲ ਨਹੀਂ ਕਰਨੀ ਵੀ ਇੱਕ ਵਾਰੀ ਲੜ ਪਏ ਮੁੜ ਕੇ ਬੋਲਣਾ ਹੀ ਨਹੀਂ ਅਸੀਂ, ਠੀਕ ਹੈ। ਸੋ ਲੜਾਈ ਐਵੇਂ ਦੀ ਕਰੋ ਕਿਸੇ ਨਾਲ ਕਿ ਵਾਰੀ ਵਾਰੀ ਲੜ ਪਏ ਬੋਲ ਪਏ। ਹੁਣ ਆਪਣੀ ਪੇਰੈਂਟਸ ਨਾਲ ਹੋਈ ਜਾਂਦੀ ਹੈ, ਆਪਾਂ ਉਹ ਜਿਹੇ ਹੋ ਜਾਂਦੇ ਹਾਂ, ਠੀਕ ਹੈ। ਜਾਂ ਤੁਸੀਂ ਆਪਦੇ ਤੁਹਾਡੇ 143 ਦੇ ਨਾਲ ਐਵੇਂ ਦੀ ਲੜਾਈ ਨਾ ਕਰੋ ਕਦੇ ਵੀ ਤੁਹਾਡਾ ਜਮਾ ਖਤਮ ਹੋ ਜੇ ਕੰਮ। ਲੜਾਈ ਕਰੋ ਕਿਉਂਕਿ ਲੜਾਈ ਨਾਲ ਹੀ ਕਹਿ ਲਓ ਵੀ ਗੱਲਬਾਤ ਬਣਦੀ ਹੈ, ਵਧੀਆ ਲੱਗਦਾ ਬੰਦੇ ਨੂੰ, ਹੈ ਨਾ। ਤੇ ਆਪਾਂ ਕਿਸੇ ਨਾਲ ਗੁੱਸੇ ਕਿਉਂ ਹੁੰਦੇ ਆ, ਸਾਨੂੰ ਲੱਗਦਾ ਵੀ ਸਾਡਾ ਹੱਕ ਹੈ ਨਾ। ਸੋ ਮੇਰਾ ਥੋਟ ਇਹ ਹੈ ਵੀ ਤੁਸੀਂ ਜਿੰਨਾ ਮਰਜ਼ੀ ਲੜੋ ਬੰਦੇ ਨਾਲ, ਪਰ ਫਿਰ ਉਹ ਜਿਹੇ ਹੋ ਜਾਓ, ਠੀਕ ਹੈ। ਸੋ ਉਵੇਂ ਹੀ ਇੱਕ ਉਹ ਸਟੂਡੈਂਟ ਜਿਹੜਾ ਪੁੱਛ ਰਹੇ ਸੀ ਮੈਥੋਂ, ਉਹ ਵੋਮ ਬਾਰੇ ਪੁੱਛ ਰਹੇ ਸੀ। ਇਹ ਵੋਮ ਹੈ ਜਿਹੜਾ, ਇਹ ਮਲੀਸ਼ੀਅਸ ਸੌਫਟਵੇਅਰ ਹੈ, ਮਲੀਸ਼ੀਅਸ ਸੌਫਟਵੇਅਰ। ਮਲੀਸ਼ੀਅਸ ਸੌਫਟਵੇਅਰ ਕੀ ਹੁੰਦਾ? ਇਹਦੇ ਦੋ ਕੰਮ ਹੁੰਦੇ ਨੇ। ਇਹ ਐਗਜ਼ੀਕਿਊਟ ਇਟਸੈਲਫ ਕਰਦਾ, ਐਗਜ਼ੀਕਿਊਟ ਇਟਸੈਲਫ, ਤੇ ਰੈਪਲੀਕੇਟ ਇਟਸੈਲਫ, ਰੈਪਲੀਕੇਟ ਇਟਸੈਲਫ। ਅੱਗੇ ਮੇਰੀ ਸ਼ਾਇਦ ਫੋਟੋ ਆ ਗਈ, ਉਹਨਾਂ ਨਹੀਂ ਦਿਖਣਾ, ਮੈਂ ਇੱਥੇ ਲਿਖ ਦੇਣਾ। ਤੇ ਇਹ ਕੀ ਕਰਦਾ? ਰਿਸੋਰਸ ਨੂੰ ਈਟ ਕਰਦਾ, ਰਿਸੋਰਸ ਈਟਿੰਗ ਕੈਪੇਬਿਲਿਟੀ। ਜਿਵੇਂ ਇਹਦੇ ਵਰਗਾ ਹੀ ਵਾਇਰਸ ਹੁੰਦਾ ਹੈ। ਵਾਇਰਸ ਵੀ ਇੱਕ ਮਲੀਸ਼ੀਅਸ ਪ੍ਰੋਗਰਾਮ ਹੈ, ਮਲੀਸ਼ੀਅਸ ਸੌਫਟਵੇਅਰ। ਮਲੀਸ਼ੀਅਸ ਦਾ ਮਤਲਬ ਜਿਹੜਾ ਸਾਡਾ ਨੁਕਸਾਨ ਕਰਦਾ। ਵਾਇਰਸ ਵੀ ਐਗਜ਼ੀਕਿਊਟ ਇਟਸੈਲਫ ਹੈ, ਐਗਜ਼ੀਕਿਊਟ ਇਟਸੈਲਫ ਤੇ ਰੈਪਲੀਕੇਟ ਇਟਸੈਲਫ। ਪਹਿਲੀਆਂ ਦੋਨੋਂ ਪ੍ਰੋਪਰਟੀਆਂ ਦੋਨਾਂ ਦੀਆਂ ਸੇਮ ਹੁੰਦੀਆਂ ਨੇ। ਵਾਇਰਸ ਨੇ ਕੀ ਕਰਨਾ? ਸਾਡੀਆਂ ਫਾਈਲਾਂ ਡਿਲੀਟ ਕਰ ਦੇਣੀਆਂ ਨੇ, ਡੇਟਾ ਨੂੰ ਮੋਡੀਫਾਈ ਕਰ ਦੇਣਾ, ਅਪਡੇਟ ਕਰ ਦੇਣਾ, ਕ੍ਰੈਡੈਂਸ਼ੀਅਲ ਚੋਰੀ ਕਰ ਲੈਣੇ ਨੇ। ਬਟ ਵੋਮ ਐਵੇਂ ਦਾ ਕੁਛ ਨਹੀਂ ਕਰਦਾ। ਵੋਮ ਕਰਦਾ ਸਾਡੀ ਸਪੀਡ ਸਲੋ ਕਰ ਦਿੰਦਾ। ਜਿਵੇਂ ਹੁਣ ਮੈਂ ਵੀਡੀਓ ਬਣਾ ਰਿਹਾ, ਕੋਈ ਬੰਦਾ ਰੌਲਾ ਪਾਉਣ ਲੱਗ ਗਿਆ ਆ ਕੇ ਬਾਹਰ, ਕੋਈ ਮੇਰਾ ਪੈਨ ਜਿਹਾ ਹੀ ਖੋ ਕੇ ਲੈ ਗਿਆ, ਦੋ ਮੇਰੇ ਬਾਰੇ ਥੱਪੜ ਚੱਕ ਕੇ ਪਰੇ ਹੋ ਕੇ ਇੱਧਰ ਵੀਡੀਓ ਬਣਾਈ ਜਾਂਦੇ, ਹੈ ਨਾ। ਚੱਲ ਥੱਪੜ ਤਾਂ ਨਹੀਂ ਮਾਰਦਾ, ਥੱਪੜ ਮਾਰੂਗਾ ਵਾਇਰਸ ਆ ਜਿਹੜਾ ਨੁਕਸਾਨ ਪਹੁੰਚਾਊਗਾ, ਗੋਲੀ ਵੀ ਮਾਰ ਸਕਦਾ, ਲੱਤ ਬਾਂਹ ਵੱਢ ਸਕਦਾ, ਉਹ ਵਾਇਰਸ ਆ, ਨੁਕਸਾਨ ਪਹੁੰਚਾਉਂਦਾ। ਵੋਮ ਮੇਰੀ ਸਪੀਡ ਸਲੋ ਕਰ ਦੂਗਾ, ਲਾਈਟ ਬੰਦ ਕਰ ਦੂਗਾ, ਮੇਰਾ ਬੈਟਰੀ ਲੋ ਹੋ ਜੂਗੀ, ਸਿਸਟਮ ਦੀ ਮੈਂ ਨਹੀਂ ਬਣਾ ਸਕਦਾ ਵੀਡੀਓ, ਹੈ ਨਾ। ਸੋ ਵੋਮ ਵਾਇਰਸ ਗੋਲੀ ਮਾਰ ਸਕਦਾ, ਵੋਮ ਮੈਨੂੰ ਬਣਾਉਣ 'ਚ ਰੁਕਾਵਟ ਪੈਦਾ ਕਰੂਗਾ। ਤਾਂ ਇਹ ਵੋਮ ਇੱਕ ਮਲੀਸ਼ੀਅਸ ਸੌਫਟਵੇਅਰ ਹੈ। ਇਹ ਵੋਮ ਜਸਟ ਐਬਰੀਵੇਸ਼ਨ ਹੈ ਕਿ ਰਾਈਟ ਵਨਸ ਰੀਡ ਮੈਨੀ। ਤਾਂ ਕਨਫਿਊਜ਼ ਨਹੀਂ ਹੋਣਾ, ਉੱਥੇ ਪੁੱਛੂਗਾ ਹੀ ਇਸ ਕੌਨਟੈਕਸਟ ਦੇ ਵਿੱਚ ਨਾ, ਜਿਹਦੀ ਐਬਰੀਵੇਸ਼ਨ ਹੈ ਤੇ ਐਸੇ ਦੀ ਐਬਰੀਵੇਸ਼ਨ ਆ ਤਾਂ ਸ਼ਬਦ ਹੈ ਵੋਮ, ਠੀਕ ਆ। ਯਾਦ ਰੱਖਣੀ ਹੈ ਗੱਲ ਇਹ। ਤੇ ਅਗਲਾ ਸੀਗਾ ਹਾਂ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਇਹ ਬਿਜਲੀ ਦੁਆਰਾ ਇੱਕ ਵਾਰੀ ਲਿਖੀ ਜਾ ਸਕਦੀ ਹੈ। ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਇਹ ਅਲਟਰਾ ਵਾਇਲਟ, ਸਟਰੋਂਗ ਅਲਟਰਾ ਵਾਇਲਟ ਦੁਆਰਾ ਰਾਈਟ ਕੀਤੀ ਜਾ ਸਕਦੀ ਹੈ। ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ। ਤੇ ਲਾਸਟ ਵਾਲੀ ਹੁੰਦੀ ਹੈ ਇਲੈਕਟ੍ਰੀਕਲੀ ਇਰੇਜ਼ੇਬਲ। ਇਹਦੇ ਤਾਂ ਦੋ ਈਆਂ ਤਾਂ ਹੀ ਲਾਈਆਂ ਨੇ। ਆਹ ਇਰੇਜ਼ੇਬਲ ਸੀਗੀ, ਇਹਦੇ 'ਚ ਉਹਨੇ ਸਪੈਸੀਫਿਕਲੀ ਈ ਜਿਹੜੀ ਵੱਧ ਲਾਈ ਹੈ ਨਾ ਇੱਕ, ਉਹ ਇਹ ਦੱਸਣ ਲਈ ਲਾਈ ਹੈ ਵੀ ਇਹ ਅਲਟਰਾ ਵਾਇਲਟ UV ਰੇਜ਼ ਨਾਲ ਨਹੀਂ ਆਪਾਂ ਡਿਲੀਟ ਕਰਦੇ, ਇਹਨੂੰ ਆਪਾਂ ਇਲੈਕਟ੍ਰੀਸਿਟੀ ਨਾਲ ਰੇਜ਼ ਕਰਾਂਗੇ, ਤਾਂ ਫਿਰ ਭੁਲੇਖਾ ਨਹੀਂ ਖਾਣਾ, ਠੀਕ ਆ। ਇਹ ਇਲੈਕਟ੍ਰੀਸਿਟੀ ਨਾਲ ਕੀਤੀ ਜਾਂਦੀ ਹੈ। ਤਾਂ ਕੁਐਸਚਨ ਸੀਗਾ ਆਪਣਾ ਕਿ ਵਿਚ ਰੋਮ ਕੰਟੈਂਟ ਕੈਨ ਬੀ ਰੇਜ਼ਡ ਬਾਈ ਐਕਸਪੋਜ਼ਿੰਗ ਦਾ ਸਟਰੋਂਗ ਅਲਟਰਾ ਵਾਇਲਟ। ਤਾਂ ਸਿੰਗਲ ਈ ਵਾਲਾ ਤਾਂ ਨਹੀਂ, ਹੁਣ ਆਹ ਆਨਸਰ ਹੋ ਜੂ 2E ਵਾਲਾ, ਗਲਤ ਲੱਗਿਆ ਹੋਇਆ ਆਨਸਰ ਇਹਦਾ। ਵਿਚ ਰੋਮ ਕੰਟੈਂਟ ਕੈਨ ਬੀ ਰੇਜ਼ਡ ਬਾਈ ਐਕਸਪੋਜ਼ਿੰਗ ਇਟ ਟੂ ਸਟਰੋਂਗ ਅਲਟਰਾ ਵਾਇਲਟ ਗਲਤ ਹੋ ਗਿਆ ਤਾਂ ਯਾਰ। ਨਹੀਂ, ਮੈਂ ਹੀ ਗਲਤ ਦੱਸ ਗਿਆ ਤੁਹਾਨੂੰ ਐਕਸਪਲੇਨੇਸ਼ਨ। ਇੱਥੇ ਮੈਂ ਤੁਹਾਨੂੰ ਸਹੀ ਦੱਸੀ ਹੈ ਗੱਲ ਵੀ ਜਿਹੜੀ ਇੱਕ E ਵਾਲੀ ਹੈ ਇਹਦੇ ਵਿੱਚ ਤਾਂ ਇਰੇਜ਼ੇਬਲ ਪ੍ਰੋਗਰਾਮੇਬਲ ਹੈ ਤਾਂ ਅਲਟਰਾ ਵਾਇਲਟ ਹੈ। ਜੇ 2E ਆ ਗਈਆਂ ਤਾਂ ਇੱਕ ਇਲੈਕਟ੍ਰੀਸਿਟੀ ਨਾਲ। ਦੇਖੋ ਪਿਛਲੀ ਮਿਸਟੇਕ ਹੈ ਨਾ ਕਿਵੇਂ ਹੁੰਦੀ ਹੈ। ਤਾਂ ਸਮਝ ਅਸੀਂ ਠੀਕ ਲਿਆ, ਉਹਨੇ ਟਾਈਮ 'ਚ ਹੀ ਦਿਮਾਗ, ਜਿਵੇਂ ਕਹਿੰਦੇ ਜੀਭ ਉਲਟ ਗਈ, ਉਹਨੇ ਟਾਈਮ 'ਚ ਹੀ ਦਿਮਾਗ ਉਲਟ ਗਿਆ, ਦਿਮਾਗ ਦੇ ਵਿੱਚੋਂ ਨਿਕਲ ਗਈ ਗੱਲ ਵੀ 2E ਵਾਲਾ। ਫਿੱਟ ਗਲਤ ਕਰ ਲਈ, ਧਿਆਨ ਰੱਖਣਾ ਤੁਸੀਂ ਇਸ ਚੀਜ਼ ਦਾ, ਠੀਕ ਹੈ। ਸੋ ਮੈਂ ਤਾਂ ਐਂ ਮਟੇ ਦੂੰਗਾ, ਤੁਸੀਂ ਨਹੀਂ ਮਟੇਣਾ, ਕਿਉਂਕਿ ਮੇਰੇ ਤਾਂ ਸਾਹਮਣੇ ਆਨਸਰ ਆ ਗਿਆ ਨਾ ਐਂ ਕਰਕੇ। ਤਾਂ ਇਹ ਹੈਗਾ ਪਹਿਲਾ ਆਨਸਰ, ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਅਗਲਾ ਕੁਐਸਚਨ ਹੈ which of the following has larger geographical area
ਕਵਰ ਦੈਨ ਲੈਨ, ਲੈਨ ਦੇ ਨਾਲੋਂ ਜ਼ਿਆਦਾ ਕਿਹਦਾ ਹੁੰਦਾ, ਮੈਨ ਹੁੰਦਾ ਮੈਟਰੋਪੋਲੀਟਨ ਏਰੀਆ ਨੈਟਵਰਕ ਤੇ ਵੈਨ ਹੁੰਦਾ ਵਾਈਡ ਏਰੀਆ ਨੈਟਵਰਕ। ਪੈਨ ਜਿਹੜਾ ਹੁੰਦਾ ਪਰਸਨਲ ਏਰੀਆ ਨੈਟਵਰਕ, ਬਲੂਟੁੱਥ ਦਾ ਨੈਟਵਰਕ ਹੁੰਦਾ ਜਿਹੜਾ 10 ਮੀਟਰ ਦੀ ਰੇਂਜ ਹੁੰਦੀ ਹੈ ਇਹਦੀ। ਬਲੂਟੁੱਥ ਦੀ ਰੇਂਜ ਜੇ ਆਪਾਂ ਗੱਲ ਕਰੀਏ ਤਾਂ 33 ਫਿੱਟ ਦੇ ਬਰਾਬਰ ਹੁੰਦੀ ਹੈ, 33 ਫੀਟ ਦੇ ਬਰਾਬਰ ਹੁੰਦੀ ਹੈ, ਠੀਕ ਹੈ, ਜਾਂ 10 ਮੀਟਰ ਜਾਂ 33 ਫਿੱਟ। ਇਹ ਵੀ ਪੁੱਛੇ ਗਿਆ ਕੁਐਸਚਨ, ਬਹੁਤ ਇੰਪੋਰਟੈਂਟ ਹੈ। ਲੈਨ ਹੁੰਦਾ ਕਿਸੇ ਬਿਲਡਿੰਗ ਦੇ ਵਿੱਚ, ਕਿਸੇ ਆਫਿਸ ਦੇ ਵਿੱਚ, ਕਿਸੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਨੈਟਵਰਕ, ਉਹਨੂੰ ਲੈਨ 10 ਮੀਟਰ ਤੋਂ ਲੈ ਕੇ 1 ਕਿਲੋਮੀਟਰ ਦੀ ਰੇਂਜ ਦੇ ਵਿੱਚ ਲੈਨ 10 ਮੀਟਰ ਤੋਂ 1 ਕਿਲੋਮੀਟਰ, 1 ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ ਤੋਂ ਘੱਟ ਮੈਨ, 100 ਕਿਲੋਮੀਟਰ ਤੋਂ ਲੈ ਕੇ 1000 ਕਿਲੋਮੀਟਰ ਤੱਕ ਹੁੰਦਾ ਵੈਨ। 10 ਤੋਂ ਲੈ ਕੇ ਲਾ ਲਓ ਵੈਸੇ ਇਹਨੂੰ, 10 ਤੋਂ ਲੈ ਕੇ, ਠੀਕ ਹੈ, 10 ਤੋਂ 1000 ਤੱਕ ਵੈਨ। ਤਾਂ ਲੈਨ ਦੇ ਨਾਲ ਤਾਂ ਦੋਨੇ ਹੀ ਵੱਡੇ ਨੇ, ਫਿਰ ਆਨਸਰ ਇਹਦਾ ਕੀ ਹੋ ਗਿਆ, ਬੋਥ 1 and 2, ਠੀਕ ਹੈ। 13ਵਾਂ ਕੁਐਸਚਨ, ਵਿਚ ਆਫ ਦੀ ਫੋਲੋਇੰਗ ਫੰਕਸ਼ਨਸ ਆਫ ਆਪਰੇਟਿੰਗ ਸਿਸਟਮ, ਫਿਰ ਫੰਕਸ਼ਨਸ ਆ ਗਿਆ। ਇਸ ਵਾਲਾ ਬੜੀ ਵੱਡੀ ਬਿਮਾਰੀ ਹੈ, ਮੈਂ ਕ੍ਰਾਸ ਚੈੱਕ ਨਹੀਂ ਨਾ ਕੀਤਾ, ਤੁਸੀਂ ਕਹੋਗੇ ਯਾਰ ਵੀ ਚੈੱਕ ਕਰ ਸਕਦੇ ਹੋ ਪਹਿਲਾਂ, ਕਿਉਂਕਿ ਮੈਨੂੰ ਐਂ ਲੱਗਦਾ ਟਾਈਮ ਬਹੁਤ ਵੇਸਟ ਹੋ ਜਾਊਗਾ ਤੁਹਾਡਾ, ਕਿਉਂ ਮੈਂ ਉਹਨੇ ਵਿੱਚ ਵੀਡੀਓ ਬਣਾ ਦਿਆਂ, ਹੈ ਨਾ, ਕਿਉਂਕਿ ਪੇਪਰ ਨੇੜੇ ਆ ਗਿਆ, ਬਾਅਦ 'ਚ ਬਣਾਉਣ ਦਾ ਕੀ ਫਾਇਦਾ, ਫਿਰ ਬਾਅਦ 'ਚ ਕਹੋਗੇ ਵੀ ਨਾਲੇ ਮੇਰਾ ਵੀ ਜ਼ੋਰ ਲੱਗੂਗਾ। ਕਹਿੰਦੇ ਨਹੀਂ ਹੁੰਦੇ ਜਿਵੇਂ ਵੀ ਬੱਕਰੀ ਆਪਦੀ ਜਾਨ ਤੋਂ ਗਈ ਅਤੇ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ, ਮੈਂ ਵੀਡੀਓ ਬਣਾ ਲਾ, ਤੁਸੀਂ ਕਹੋਗੇ ਹੁਣ ਕੀ ਫਾਇਦਾ, ਹੈ ਨਾ। ਤਾਂ ਵਿੱਚ ਉਹਦੀ ਫੋਲੋਇੰਗ ਫੰਕਸ਼ਨ ਆਫ ਆਪਰੇਟਿੰਗ ਸਿਸਟਮ ਪ੍ਰਪੇਅਰ, ਸ਼ਡਿਊਲ, ਕੰਟਰੋਲ ਐਂਡ ਮੋਨੀਟਰ ਦੀ ਜੋਬ submitted for execution to ensure the most efficient processing। ਦੇਖੋ ਲਾਈਨਾਂ ਹੀ ਬਹੁਤ ਲੰਬੀਆਂ ਲੱਗਦੀਆਂ, ਪਰ ਹੈਗਾ ਇਹ ਕੰਮ ਸੌਖਾ ਹੀ ਹੈ। ਕਹਿੰਦਾ ਕਿਹੜਾ ਫੰਕਸ਼ਨ ਜਿਹੜਾ ਪ੍ਰਪੇਅਰ ਕਰਦਾ ਸ਼ਡਿਊਲ ਨੂੰ, ਕੰਟਰੋਲ ਕਰਦਾ ਤੇ ਮੋਨੀਟਰ ਕਰਦਾ ਜੋਬ ਨੂੰ, ਸਬਮਿਟ ਕਰਦੀ ਜਿਹੜੀ ਐਗਜ਼ੀਕਿਊਸ਼ਨ ਦੇ ਲਈ। ਤਾਂ ਡਾਟਾ ਮੈਨੇਜਮੈਂਟ ਨਹੀਂ ਹੈਗਾ, ਡਿਵਾਈਸ ਮੈਨੇਜਮੈਂਟ ਨਹੀਂ ਹੈਗਾ, ਫਾਈਲ ਮੈਨੇਜਮੈਂਟ ਨਹੀਂ ਹੈਗਾ, ਤਾਂ ਜੋਬ ਮੈਨੇਜਮੈਂਟ, ਠੀਕ ਹੈ, ਜਾਂ ਸ਼ਡਿਊਲਿੰਗ ਆ ਗਿਆ, ਜਾਂ ਰਿਸੋਰਸ, ਜਾਂ ਜੋਬ ਮੈਨੇਜਮੈਂਟ, ਠੀਕ ਹੈ, ਪਹਿਲਾ ਆਨਸਰ ਹੈ। ਇਹਦੇ ਵਿੱਚ ਇਹੀ ਲਿਖਿਆ ਹੋਇਆ ਸਾਰਾ, ਜੋ ਚੀਜ਼ਾਂ ਮੈਂ ਦੱਸ ਚੁੱਕਿਆ ਉਹ ਵੀ ਜੋਬ ਨੂੰ ਮੈਨੇਜ ਕਰਦਾ, ਕਿਹੜੀ ਜੋਬ ਹੈ ਜਿਹੜੀ ਉਹ ਸਿਸਟਮ ਦੇ ਵਿੱਚ ਕਦੋਂ ਐਂਟਰ ਹੋਈ। ਆਪਾਂ SI ਦੇ ਵਿੱਚ ਪੜ੍ਹਿਆ ਹੋਇਆ ਨਾ, ਟਰਨ ਅਰਾਊਂਡ ਟਾਈਮ ਕੀ ਹੁੰਦਾ, ਵੇਟਿੰਗ ਟਾਈਮ ਕੀ ਹੁੰਦਾ, ਟਰਨ ਅਰਾਊਂਡ ਦੇ ਕੁਐਸਚਨ ਪੁੱਛਿਆ ਉਹਨੇ, ਤੇ ਇੱਕ ਬੱਸ ਟਾਈਮ ਕੀ ਹੁੰਦਾ। ਉਹ ਸਾਰੀਆਂ ਚੀਜ਼ਾਂ, ਜੋਬਸ ਦੀ ਸ਼ਡਿਊਲਿੰਗ ਕਰਨੀ, ਮੈਨੇਜਮੈਂਟ ਕਰਨੀ, ਕਿਹੜੀ ਜੋਬ ਨੂੰ ਅੱਗੇ ਲੈ ਕੇ ਜਾਣਾ, ਉਹ ਸਾਰਾ ਕੰਮ ਕਿਹਦਾ ਹੁੰਦਾ, ਸ਼ਡਿਊਲਿੰਗ ਆਫ ਰਿਸੋਰਸ, ਜੋਬ ਮੈਨੇਜਮੈਂਟ ਦਾ ਹੁੰਦਾ ਕੰਮ, ਜੋਬ ਮੈਨੇਜਮੈਂਟ। ਇਹ ਆਨਸਰ ਹੈ, ਠੀਕ ਆ। ਆ ਵੀ ਬੜਾ ਵਧੀਆ ਕੁਐਸਚਨ ਹੈ, ਪਿਛਲੇ ਦੂਜੀ ਸ਼ਿਫਟ ਦੇ ਵਿੱਚ ਵੀ ਆਇਆ ਹੋਇਆ, ਦੂਜੇ ਪਾਰਟ ਦੇ ਵਿੱਚ ਆਪਾਂ ਦੇਖ ਚੁੱਕੇ ਹਾਂ। IPv4 ਮੈਂ ਚੰਗੀ ਤਰ੍ਹਾਂ ਕਰਾਇਆ ਹੋਇਆ ਉੱਥੇ। ਹੁਣ ਉਹਨੇ ਬਾਈਨਰੀ 'ਚ ਪੁੱਛ ਲਿਆ, ਪਿਛਲੀ ਵਾਰੀ ਉਹਨੇ ਪੁੱਛਿਆ ਸੀ ਵੀ 128.0.0 ਕੀ ਇਹ, ਕਹਿੰਦਾ ਕਲਾਸ B ਦਾ ਸਟਾਰਟਿੰਗ ਐਡਰੈਸ ਹੈ, ਤਾਂ ਇਹੀ ਆਨਸਰ ਲਾਇਆ ਸੀ ਆਪਾਂ, ਹੈ ਨਾ। ਹੁਣ ਉਸੇ ਨੇ ਇਹਨੂੰ ਬਾਈਨਰੀ ਦੇ ਵਿੱਚ ਪੁੱਛ ਲਿਆ, ਤਾਂ ਮੈਂ ਤੁਹਾਨੂੰ ਇਹ ਵੀ ਦੱਸਿਆ ਹੋਇਆ ਬਾਈਨਰੀ ਟੂ ਡੈਸੀਮਲ ਕਿਵੇਂ ਕਰਦੇ ਹਾਂ, ਦੁਬਾਰੇ ਦੱਸ ਦਿੰਦਾ ਇੱਕ ਦੋ ਐਗਜ਼ਾਮਪਲਾਂ। ਪਹਿਲੀ ਗੱਲ ਤਾਂ ਆਪਾਂ ਨੂੰ ਉਹਨੇ IPv4 ਦਾ ਕਿਹੜੀ ਕਲਾਸ ਦਾ, ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ। A ਕਲਾਸ ਦੀ ਰੇਂਜ ਹੁੰਦੀ ਹੈ 1 ਤੋਂ ਲੈ ਕੇ 126 ਤੱਕ, B ਕਲਾਸ ਦੀ ਰੇਂਜ ਹੁੰਦੀ ਹੈ 128 ਤੋਂ ਲੈ ਕੇ 191 ਤੱਕ, C ਕਲਾਸ ਦੀ ਰੇਂਜ ਹੁੰਦੀ ਹੈ 192 ਤੋਂ ਲੈ ਕੇ 223 ਤੱਕ, ਤੇ D ਕਲਾਸ ਦੀ ਰੇਂਜ ਹੁੰਦੀ ਹੈ 224 ਤੋਂ ਲੈ ਕੇ 239 ਤੱਕ, ਤੇ E ਕਲਾਸ 5 ਹੀ ਕਲਾਸਾਂ ਹੁੰਦੀਆਂ ਨੇ 240 ਤੋਂ ਲੈ ਕੇ 255 ਤੱਕ। ਇਹ ਵੀ ਮੈਂ ਤੁਹਾਨੂੰ ਗੱਲ ਦੱਸ ਚੁੱਕਿਆ ਕਿ IP ਐਡਰੈਸ ਦੇ ਵਿੱਚ 32 ਬਿਟ ਹੁੰਦੀਆਂ ਨੇ ਤੇ 4 ਔਕਟੈਟ ਹੁੰਦੇ ਨੇ, ਤੇ ਵਿਚਕਾਰ ਡਾਟ ਹੀ ਹੋਣਾ ਚਾਹੀਦਾ। ਜੇ 4 ਤੋਂ ਘੱਟ ਹੈ ਤਾਂ ਉਹ IP ਐਡਰੈਸ ਨਹੀਂ ਹੈ, ਪੁੱਛਿਆ ਜਾ ਸਕਦਾ। ਤੇ ਹਰੇਕ ਜਿਹੜਾ 8 ਬਿਟ ਦਾ ਹੁੰਦਾ, ਆ ਵੀ 8, ਆ ਵੀ 8, ਆ ਵੀ 8, ਤਾਂ ਹੀ 32 ਬਣੂਗਾ। ਤੇ ਇੱਥੇ ਰੇਂਜ ਜੇ ਆਪਾਂ ਦੇਖ ਲਈਏ 0 ਤੋਂ ਲੈ ਕੇ 255 ਤੱਕ ਕੋਈ ਵੀ ਅੱਖਰ ਆ ਸਕਦਾ ਹੈ, ਸਾਰਿਆਂ ਦੇ ਵਿੱਚ 0 ਤੋਂ ਲੈ ਕੇ 255 ਤੱਕ। ਇਹ ਗੱਲ ਤੁਹਾਨੂੰ ਦੱਸ ਚੁੱਕਿਆ। ਹੁਣ ਇਹਦੇ ਵਿੱਚ ਆਪਾਂ 0 ਵਾਲਾ ਨਹੀਂ ਲਿਆ, 0 ਵਾਲਾ ਹੁੰਦਾ ਜਿਹੜਾ ਇਹ ਹੁੰਦਾ ਡਿਫਾਲਟ ਰੂਟਿੰਗ ਵਾਸਤੇ, ਡਿਫਾਲਟ ਰਾਊਟਿੰਗ। ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ। 127 ਵਾਲਾ ਜਿਹੜਾ ਹੁੰਦਾ ਇਹ ਹੁੰਦਾ ਲੂਪ ਬੈਕ ਐਡਰੈਸ ਹੁੰਦਾ, ਤੇ ਲਾਸਟ ਜਿਹੜਾ 255 ਵਾਲਾ ਹੁੰਦਾ ਇਹ ਹੁੰਦਾ ਬਰੋਡਕਾਸਟ ਐਡਰੈਸ। ਤਾਂ ਇੱਕ ਤਾਂ ਆਪਾਂ ਕਲਾਸੀਫਿਕੇਸ਼ਨ ਯਾਦ ਕਰਨੀ ਹੈ। ਹੁਣ ਸਾਨੂੰ ABC ਤਾਂ ਪਤਾ ਲੱਗ ਗਿਆ, ਬਟ ਬਾਈਨਰੀ ਹੈ, ਬਾਈਨਰੀ 'ਚ ਸਾਨੂੰ ਸਮਝ ਨਹੀਂ ਆਉਂਦੀ ਗੱਲ, ਤਾਂ ਉਹਦੇ ਲਈ ਆਪਾਂ ਨੂੰ ਪਤਾ ਹੋਣਾ ਚਾਹੀਦਾ ਬਾਈਨਰੀ ਟੂ ਡੈਸੀਮਲ। ਮੈਂ ਦੱਸ ਦੇਣਾ ਥੋੜ੍ਹਾ ਜਿਹਾ। ਮੰਨ ਲਓ ਇਹ ਬਾਈਨਰੀ ਦਾ ਨੰਬਰ ਹੈ ਕੋਈ, ਆਪਾਂ ਸ਼ੁਰੂ ਕਰਨਾ ਹਮੇਸ਼ਾ ਹੀ ਸੱਜੇ ਪਾਸੇ ਤੋਂ ਤੇ ਖੱਬੇ ਨੂੰ ਜਾਣਾ ਹੈ। ਤਾਂ 1 2 4 8 16, 1 ਤੋਂ ਸ਼ੁਰੂ ਕਰਕੇ 2 ਨਾਲ ਗੁਣਾ ਕਰਦੇ ਜਾਵਾਂਗੇ। 1 2 4 8 16 ਨੂੰ ਜਿੱਥੋਂ ਤੱਕ ਮਰਜ਼ੀ ਵਧਾ ਲਓ, 32 64 128 256 512 ਤੇ 1024 ਤੇ 2048 ਤੇ 4096। ਅੱਗੇ ਤਾਂ ਚਲੋ ਮੁੱਕ ਗਿਆ, ਆਪਣਾ ਪੇਜ ਹੀ ਮੁੱਕ ਗਿਆ, ਲਿਖਿਆ ਨਹੀਂ ਜਾ ਰਿਹਾ। 4096 ਠੀਕ ਹੈ। ਅੱਗੇ ਆ ਜਾਂਦਾ 80, ਪਤਾ ਨਹੀਂ ਐਂ ਜੇ 81 ਕੁਛ ਆ ਜਾਂਦਾ ਐਂ ਜੇ ਕਰਕੇ, ਠੀਕ ਆ।
8192 आ जाता शायद, अगे 16384 ऐ जे करके। ठीक आ, सो इत्थों तक तो चलो लोड़ नहीं। मेरे कहने का मतलब 2 1 तो शुरू करके 2 ਨਾਲ गुणा करते जाओ तो अगे ਵਧਦੇ तुरे जाओ। जिवें कहते ਹੁੰਦੇ भी 2 सिपाही लड़ते जान टाली के पत्ते झड़ते जान, उवें ही 2 सिपाहियां नूं अगे गुणा करते जाओ तो टाली के पत्ते झाड़ते जाओ। ठीक है जी गल। सो जिवें हुण अपने कोले आही सीगा, मैं एग्जाम्पल दुबारे लिखदा 11010 1 2 4 8 16, जिथे 0 है उहनूं कैंसल कर दांगे, जिथे 1 है उन्हां सारिआं नूं जोड़ लांगे। जिवें 16 ते 8 24 ते 2 26, ये 26 बन गया। उवें हुण आपां इहनूं देखदे हां, आ पिछले 3 तां आपां नूं देखण दी लोड़ नहीं, कहने क्योंकि नितारा पहले नहीं कर देना। जे 0 तो लैके जे 1 तो लैके 126 ਦੇ ਵਿੱਚ ਤਾਂ ਆਪਾਂ A ਕਹਿ ਦਾਂਗੇ, ਜੇ 128 ਤੋਂ ਲੈ ਕੇ 191 ਦੇ ਵਿੱਚ ਤਾਂ ਆਪਾਂ B ਕਹਿ ਦਾਂਗੇ। ਤਾਂ ਆਪਾਂ ਸ਼ੁਰੂ ਕਰੀਏ 1 2 4 3 ਨਹੀਂ ਲਾਉਣਾ ਅੱਗੇ, 8 16 32 ਤੇ 64 128 128 ਦੇ ਵਿੱਚ 32 ਜੋੜਾਂਗੇ, 120 ਦੇ ਵਿੱਚ 30 ਜੋੜੇ 50 50 ਤੇ 58 ਤੇ 2 60 160 ਤੇ 8 68 168 हो गया। दोबारे फिर चेक कर लेने, गलती हो सकती है, इंसान है ना, आप कर ही सकते हैं, गलतियां के पुतले होंगे इंसान। कहते हैं 32 ते 8 40, पहले सिर्फ देखते हैं 1 2 4 8 16 32 64। देखो इतने गलती पता की होगी, करके दस दें गलती की होगी, ऐ होगी 1 2 4 8। देखो हो गया ना गलती, इतने थोड़ा फर्क छड्डिया, अगे पिछे पै गया। तो ध्यान रखना है 1 2, चाहे इनू ऐ कर लो 1 2 4 8 16 32 64 128, ऐ कर लो चाहे ऐ कर लो, बस गलती नहीं करनी। पेज ते लिख के करोगे तो वड्डे अखरां च अखर गिन लिओ, 8 बिट ने टोटल। तो 32 ते 8 40 40 ते 20 60 ते 8 68 168 हो गई। 168 किहदे नाल लाई करदा, आपां नूं पता सी A दे विच सीगे 1 तो लैके 126, B दे विच सीगे 128 तो लैके 191, तो B च लाई करदा 168 था ना, तो क्लास B दा आंसर है। फिर तो देखो आ मैं दित्तियां ही हुई ने सारियां, पिछली वीडियो च भी एक्सप्लेन किया, तुसीं देख सकते हो। तो फिर पहला आंसर है। अगला कहना विच ऑफ द फॉलोइंग लैटर्स लैटर्स कट देने, चलो कोई नहीं यार, माफ कर दो इन्ना का मैनू। ठीक है, विच ऑफ द फॉलोइंग लैटर ऑन कीबोर्ड कैन बी यूज्ड टू रिटर्न टू प्रीवियस स्लाइड ड्यूरिंग द स्लाइड शो इन MS पावर पॉइंट। कहना पावर पॉइंट दे विच स्लाइड शो चल रहा हो, प्रीवियस ते जाना, मैं P दब के देखदा, P नाल पिछे वग गया देखो। ठीक है, वैसे तो एरो नाल जाने आप, आ एरो बनया हुंदा है, एरो नाल अगे इहदे नाल पिछे, ते इहदे नाल भी अगे जा सकते हैं, इहदे नाल भी अगे जा, इहदे नाल पिछे जा सकते हैं, इहदे नाल अगे जा सकते हैं। बट एक लैडर भी वरतया, जिवें P आ देखो, P नाल आपां पिछे वग गए है ना, उवें ही फॉरवर्ड जाना, अगे जाना है, तो मूव दी प्रीवियस स्लाइड पिछे, नैक्सट ते जाना N ते। देखो हुण मैं P दब्बा पिछे वा गया, N दब्बा अगे आ गया, पिछे अगे प्रीवियस नैक्सट। तो सौखा काम है, पूछा जा सकता, तुसीं भी है ना, चक दोगे फटे हुण। ठीक आ, एक दो नाल होर देख लैंदे आ। जे ब्लैक स्लाइड लियाउणी है तो B दब दांगे, मैं B दब्बिया, ब्लैक जी स्लाइड आ गया, देखो इत्थे कुछ भी लिखी जावां, दोबारे B दब्बांगा हट जू, दोबारे B दब्बूंगा उड़ जूगा पिछला सारा कुछ कंटेंट। ठीक आ, तो जे W दब्बांगे आपां वाइट स्लाइड आ जूगी। मैं कुछ भी लिखदा जिन्हों W दोबारे दस उड़ जू, दोबारे W करके वाइट लिया, वो पिछला कंटेंट नहीं रहूगा, तो टैंपरेरी होल्डिंग एरिया है। ठीक है, तो फिर आंसर सीगा 2 प्रीवियस, पिछले ही पूछ रहा सी ना, प्रीवियस स्लाइड तक ही आ जाऊगा दूसरा आंसर। अगला कहंदा व्हाट इज द डिफॉल्ट फाइल एक्सटेंशन ऑफ MS वर्ड 2016 डॉक्यूमेंट। MS वर्ड दी आपां देखिया DOC किहड़े च हुंदी है, 2003 च DOC X हुंदी है, फिर याद रखना है। ठीक है, एक्सटेंशन वर्ड दी DOC X, एक्सेल दी .XLS, पावर पॉइंट दी .PPTX, नोटपैड दी PPT ते PDF दी .PDF पोर्टेबल डॉक्यूमेंट फॉर्मेट। तो फिर इहदा किहड़ा आंसर सी तीसरा। अगला कहना वट इज द फुल फॉर्म ऑफ ENIAC। ये शायद पहली शिफ्ट दे विच भी पूछा गया सी, बहुत इंपॉर्टेंट क्वेश्चन है। ENIAC की हुंदा है, दुनिया का वर्ल्ड फर्स्ट जर्नल परपज इलैक्ट्रॉनिक कंप्यूटर सी ये, ते यह 1946 दे विच ट्यूरिंग कंप्लीट सीगा, जॉन मैकॉले ते जे प्रॉस्पर ने बनाया सी। 18,000 वैक्यूम ट्यूब सीगियां, बहुत ज़्यादा पावर लैंदा सी, बड़ा साइज सीगा बिल्डिंगां दे विच, ते 30 टन इहदा साइज सी, बहुत बड़ा सी कमरियां दे विच। ठीक है, याद रखना दा ENIAC एब्रीवेशन पुछदा है, इलैक्ट्रॉनिक न्यूमेरिकल इंटीग्रेटर एंड कंप्यूटर। तो आंसर फिर आपां नूं पता लग गया, इलैक्ट्रॉनिक न्यूमेरिकल
इंटीग्रेटर एंड कंप्यूटर। अगला, व्हाट इज द डायमीटर ऑफ ब्लू रे। देखो ब्लू रे की एक्सटेंशन है ऑप्टिकल, आपां नूं पता ना ऑप्टिकल मैमरी। ऑप्टिकल मैमरी दे विच 3 मैमरीज हुंदियां ने, CD, DVD ते ब्लू रे। ब्लू रे CD कॉम्पैक्ट डिस्क 70 MB 680 MB या 70 MB, असल दे विच 680 MB हुंदा है, बट आपां नीयर अबाउट 700 MB कह दांगे। 680 MB या 700 MB की कैपेसिटी हुंदी है। इहदी कैपेसिटी हुंदी है 4.7 GB ते ब्लू रे की कैपेसिटी हुंदी है 50 GB। ये गोल जी हुंदी है, CD DVD वर्गी हुंदी है। देखो आही हुंदी है ते ये दोने पासे लिखिया जांदा है। ते तां इहदे डायमीटर पुछदा इत्थों लैके इत्थों तक, डायमीटर घेरा इत्थों लैके इत्थों तक घेरा इहदा हुंदा 120 mm, ठीक है। जां इहनूं होर की कह सकदे हां। ते आ विचले सर्कल दा भी पुछदा, देखो सेंटर होल दा किन्ना हुंदा 15 mm, जां तां इहनूं आपां कह सकदे हां mm, जां इहनूं 10 नाल डिवाइड कर दांगे तां सेंटीमीटर बन जाऊगा 12 सेंटीमीटर। आ देख लो, सिंगल लेयर 25 MB की, ड्यूल साइड 25 25 50 होंदा, 25 25 50 मैनूं किते DVD पई दिखा, नहीं 25 25 50 मैनूं किते ब्लू रे पई दिखा, रंग भी ब्लू है ते पई भी हैगी है ना 50 GB। डायमीटर इहदा हुंदा है 120 mm, थिकनेस हुंदी है 1 पॉइंट, आ मोटाई नूं बोलदा थिकनेस 1.12 mm। सेंटर दा होल डायमीटर कितना हुंदा है 15 mm। वेवलैंथ ਇਹਦੇ 400 नैनोमीटर की वरती ने, इन्नी इंपॉर्टेंट नहीं है, इन्हू छड्ड सकते हो कल्ली वेवलैंथ नूं। तो फिर इसका आंसर किहड़ा होगा तीसरा 120 mm। क्लीयर है जी। अगला, विच ऑफ द फॉलोइंग की यूज टू क्रिएट न्यू पैराग्राफ इन MS वर्ड डॉक्यूमेंट। बहुत सौखा काम है ये, आ वर्ड का डॉक्यूमेंट है, करके दिखा देना, चलो प्रैक्टिकल कर देना। जे वीडियो ना बंद हो, डर बहुत लगता, एक तो बनी बनाई वीडियो बंद हो जाए दोबारे बनानी पैंदी, बहुत टाइम लग जाता, ठीक है। ये वर्ड खोलिया आपां, ब्लैंक वाला भी क्वेश्चन आया वैसे ना, न्यू ते जाके ब्लैंक दब दांगे, देखो ब्लैंक बनता। मान लो मैं लिख रहा थे कुलदीप सिंह सिद्धू, मैं नवा पैराग्राफ नवी लाइन च जाना, की करूँगा इंटर प्रेस कर दूँ, नवा पैरा नहीं बन जू। उही तो क्वेश्चन पूछ रहा है। देखो वैसे कोई क्वेश्चन बनता नहीं, मैनूं लग्या नहीं, पर उन्हें पूछ लिया तो कोई गल नहीं, आपां इज्जत देवांगे। किहड़ा कहंदा की हैगी नवा। कई बार पता कि असीं की करदे, असीं छड्ड दिंदे हुंदे, जिहड़े बच्चे कंप्यूटर करके नहीं आउणगे, वो सोचणगे यार कंप्यूटर तो आपां करना नहीं औखा है, क्योंकि आपां इहदे तो क्यों डरी गए, क्योंकि आपां नूं इह लगदा भी यार अंग्रेजी समझ नहीं आउंदी। ज़्यादातर बंदिਆਂ ਦੀ ਇਹ प्रॉब्लम ਹੁੰਦੀ है यार। मैं तो पढ़ाया ही पंजाबी ਦੇ ਵਿੱਚ, मैनूं आप नूं अंग्रेजी नहीं आउंदी, ठीक है। ਇਹ लिखण वाला टाइपिंग वाला तो काम औखा। देखो मैं पंजाबी टाइपिंग मैनूं थोड़ी बहुत आउंदी है, बड़ा जोर लगदा, पर मैं पढ़ाउणा पंजाबी 'ਚ ही आ तुहानूं। तो आह क्वेश्चन इन्ना सौखा, इहनूं कोई भी बंदा कर सकदा। नवा पैराग्राफ ते जिहड़ा बंदा कंप्यूटर चलाउंदा, फोन 'ਚ टाइपिंग करदे तां भी आपां स्पेस बार नाल नवां ते वग जाने, है ना। यू क्रिएट न्यू पैराग्राफ इन MS वर्ड डॉक्यूमेंट, तां किहड़ा हजू एंटर, बड़ा सौखा काम है, ठीक है। लास्ट क्वेश्चन है बई इस पेपर का, विच ऑफ द फॉलोइंग फंक्शनस तो माफी दे दो मैनूं, विच ऑफ द फॉलोइंग फंक्शन इज नॉट नूं तां आपां नहीं छड्डना, इहनूं गोल सर्कल लावांगे। परफॉर्मड बाय द ऑपरेटिंग सिस्टम, ऑपरेटिंग सिस्टम कहता किहड़ा फंक्शन इन्हां चों नहीं परफॉर्म करता। फाइल एंड डिस्क मैनेजमेंट करता है, मैमरी मैनेजमेंट करता है, प्रोसैस मैनेजमेंट भी करता, इंटरप्रेटिंग सोर्स टू मशीन कोड ये काम नहीं करता। ये काम हुंदा है ट्रांसलेटर का, सोर्स कोड नूं मशीन कोड च ट्रांसलेट करना। ट्रांसलेटर 3 तरह के ने, कंपाइलर, इंटरप्रेटर ते असैंबलर, इहदा काम है। तो फिर इहदा आंसर आ हो जाऊगा। तो ये ऑपरेटिंग सिस्टम के फंक्शन ने, मैं पहलियां 2 वीडियो चंगी तरह दसे हुए ने, बूटिंग, मैमरी मैनेजमेंट, डेटा सिक्योरिटी, लोडिंग एंड एग्जीक्यूशन, ड्राइव, डिस्क मैनेजमेंट, डिवाइस कंट्रोल, यूजर इंटरफेस, प्रोसैस मैनेजमेंट, फाइल मैनेजमेंट ते शेड्यूलिंग ऑफ रिसोर्सिस एंड जॉब्स। ये भी आपां याद रख लेना, ठीक है। शेड्यूलिंग दे विच की है भी किहड़ी प्रोसैस नूं अगे पिछे किवें रिसोर्सिस वगैरह एलोकेट करने ने, उहनूं शेड्यूलिंग ते जॉब मैनेजमेंट भी बोल दिंदे आपां। क्लीयर हुई गल। सो फिर इहदा आंसर किहड़ा, तीसरा आंसर है। सो ये आपां डिस्कस कीते ने कांस्टेबल दे, टैक्नीकल सपोर्ट एंड सर्विस काडर दे क्वेश्चन ने। 28 सितंबर नूं पेपर होया सी। सो 3 मैं तुहानूं पेपर 3 शिफ्टां दे पेपर कराए ने, यानी कि 60 क्वेश्चन कराए ने। तुसीं छड्ड के नहीं जाने, जिहड़ा तुहाडा पेपर आ रहा हुणी है ना 14, 15, 16 वाले, तुसीं जरूर करके जाओ। सो हो सकता है इहदे नाल लगदे पुछे जाण। ते इहदे नाल ही हुण मैं कोशिश करूँगा, VOIP दी वीडियो है, VOIP टॉपिक ते मैं वीडियो बनावां, ठीक है। तो काफ़ी स्टूडेंट थोड़े चो कह रहे हैं कि
ਵਰਡ ਐਕਸਲ ਪਾਵਰਪੁਆਇੰਟ ਦੇ ਜਿਹੜੇ ਸ਼ਾਰਟਕਟ ਤੇ ਮੈਨੂ ਉਹਨਾਂ ਤੇ ਵੀ ਵੀਡੀਓ ਬਣਾਉਂ। ਮੈਂ ਕੋਸ਼ਿਸ਼ ਕਰੂੰਗਾ, ਮੈਂ ਕਮਿਟਮੈਂਟ ਨਹੀਂ ਕਰਦਾ ਤੁਹਾਡੇ ਨਾਲ ਐਵੇਂ ਤੁਹਾਨੂੰ ਲਾਰੇ ਲਾ ਦਾਂ ਮੈਂ ਬਣਾ ਦੂੰਗਾ, ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਨਾ, ਵੀ ਸਮਾਂ ਥੋੜ੍ਹਾ ਹੈਗਾ। ਜੇ ਸਮਾਂ ਹਜੇ 10-12 ਦਿਨ ਪਏ ਹੁੰਦੇ ਮੈਂ ਜ਼ਰੂਰ ਕਰਾਉਣਾ ਤੁਹਾਨੂੰ, ਹੈ ਨਾ। ਤਾਂ ਹੁਣ ਪਤਾ ਨਹੀਂ ਤੁਹਾਨੂੰ ਸਟ੍ਰੈਸ ਪੈ ਜੇ ਕਿਤੇ ਮੈਂ ਮੌਕੇ 'ਤੇ ਵੀਡੀਓ ਲਿਆਵਾਂ, ਪਰ ਮੈਂ ਕੋਸ਼ਿਸ਼ ਕਰੂੰਗਾ, ਠੀਕ ਆ। ਸੋ ਤੁਸੀਂ ਮੈਨੂੰ ਦੱਸੋ ਮੈਂ ਕਦੋਂ ਤੱਕ ਵੀਡੀਓ ਪਾ ਸਕਦਾ। ਜਿਵੇਂ 14 ਨੂੰ ਪੇਪਰ ਹੈ, ਕੀ ਮੈਂ 13 ਤੱਕ ਵੀ ਪਾ ਸਕਦਾ? 13 ਨੂੰ ਦੇਖ ਲਓਗੇ ਕਿਤੇ, ਐਂ ਤਾਂ ਨਹੀਂ ਹੋਊਗਾ ਵੀ ਯਾਰ ਹੁਣ ਟੈਨਸ਼ਨ ਪੈ ਗਈ। ਜੇ ਤੁਸੀਂ ਦੇਖ ਲਓਗੇ ਮੈਨੂੰ ਕਮੈਂਟ ਕਰਕੇ ਦੱਸਿਓ, ਮੈਂ ਕਰਵਾ ਦੂੰਗਾ। ਅਦਰਵਾਈਜ਼ ਕੱਲ੍ਹ ਨੂੰ ਤਾਂ ਮੈਂ VOIP ਦੀ ਬਣਾਉਣੀ ਹੈ ਵੀਡੀਓ 12 ਨੂੰ। ਅੱਜ 11 ਹੈ, ਆਹ ਪਤਾ ਨਹੀਂ ਮੈਂ ਕਦੋਂ ਅਪਲੋਡ ਕਰੂੰਗਾ, 11 ਨੂੰ ਕਰੂੰਗੇ 12 ਨੂੰ ਨਾ। ਤੁਸੀਂ ਦੱਸ ਦਿਓ ਮੈਨੂੰ ਕਮੈਂਟ ਕਰਕੇ ਫਿਰ ਵੀ, ਠੀਕ ਹੈ ਜੀ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਥੈਂਕ ਯੂ।